ਆਸਾ ਦੀ ਵਾਰ ਦੇ 14ਵੇਂ ਸ਼ਲੋਕ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਕੇ ਪਾਵਨ ਅੰਗ 470 ਦੇ ਉੱਤੇ ਦੱਸਦੇ ਹਨ। ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ। ਸਿਮਲ ਦੇ ਰੁੱਖ ਨੇ ਨਾ ਜਿਹੜੇ, ਜਦੋਂ ਤੁਸੀਂ ਤਰਾਈ ਦੇ ਏਰੀਏ ਦੇ ਵਿੱਚ ਜਾਓਗੇ ਸਾਧ ਸੰਗਤ ਜੀਓ, ਜਾਂ ਇੱਧਰ ਮੈਂ ਕਸ਼ਮੀਰ ਦੇ ਵਿੱਚ ਗਿਆ ਸੀ ਪਿੱਛੇ ਜੇ ਭਾਦੋਂ ਜੀ 'ਚ, ਉਦੋਂ ਉੱਥੇ ਵੀ ਕੋਈ ਦੇਖਿਆ ਸੀ ਸਿਮਲ ਦੀ ਨਕਲ ਬਿਲਕੁਲ ਇੱਕ ਚਨਾਰ ਦਾ ਰੁੱਖ ਹੁੰਦਾ, ਉਹ ਵੀ ਕੋਈ 200-200 ਫੁੱਟ ਉੱਚੇ। ਸਾਧ ਸੰਗਤ ਜੀਓ ਐਡੇ ਐਡੇ ਦਰਖਤ ਨੇ, ਵੇਖ ਲਓ ਸਿਮਲ ਰੁੱਖ ਦੇ। ਆਪਣੇ ਫੌਜੀ ਵੀਰ ਜਾਂਦੇ ਆ, ਇਹਨਾਂ ਨੂੰ ਪਤਾ ਉੱਥੇ ਚਨਾਰ ਦੇ ਰੁੱਖ ਨੇ। ਇਸੇ ਤਰ੍ਹਾਂ ਯੂਪੀ ਤਰਾਈ ਦੇ ਏਰੀਏ, ਜਦੋਂ ਅਸੀਂ ਕਾਸ਼ੀਪੁਰ, ਸੰਪੂਰਨਾ ਨਗਰ, ਪਲੀਆ ਨੇਪਾਲ ਦੇ ਬਾਰਡਰ ਵੱਲ ਨੂੰ ਜਾਓਗੇ ਨਾ, ਉਧਰ ਸਿਮਲ ਦੇ ਰੁੱਖ ਹੈ ਵੱਡੇ ਵੱਡੇ। ਸਿਮਲ ਰੁੱਖ ਸਰਾਇਰਾ, ਸਰ ਕਹੀਏ ਤੀਰ, ਇਰਾ ਕਹੀਏ ਸਿੱਧਾ। ਕਹਿੰਦੇ ਗੁਰੂ ਸਾਹਿਬ ਵੀ ਜਿਹੜਾ ਸਿਮਲ ਦਾ ਰੁੱਖ ਹੁੰਦਾ ਉਹ ਸਿੱਧਾ ਹੁੰਦਾ, ਤੀਰ ਵਰਗਾ। ਅਤ ਦੀਰਘ, ਉਹਦਾ ਫੈਲਾਅ ਵੀ ਬੜਾ ਹੁੰਦਾ। ਅਤ ਮੁੱਚ, ਉਹਦਾ ਮੁੱਢ ਵੀ ਬੜਾ ਮੋਟਾ ਹੁੰਦਾ ਹੈ। ਉਹਦੀ ਛਾਂ ਤੇ ਉਹਦੇ ਫਲ ਵੀ ਲੱਗਦੇ ਨੇ ਤੇ ਛਾਂ ਵੀ ਹੁੰਦੀ ਹੈ। ਉਹ ਸਾਧ ਸੰਗਤ ਜੀਓ ਜਿਹੜੇ ਛਾਂ 'ਚ ਬੈਠਣ ਵਾਲੇ ਲੋਕ ਨੇ, ਜਾਂ ਉਹਦੇ ਫਲ ਖਾਣ ਵਾਲੇ ਲੋਕ ਨੇ, ਜਾਂ ਪਸ਼ੂ ਨੇ, ਜਾਂ ਪੰਛੀ ਨੇ, ਖਾਸ ਕਰਕੇ ਤੋਤੇ ਉਹਦੇ ਫਲ ਨੂੰ ਖਾਣ ਵਾਸਤੇ ਆਉਂਦੇ ਨੇ। ਸਾਧ ਸੰਗਤ ਜੀਓ ਆਸਾਂ ਕਰਕੇ ਹੋਏ ਜੇ ਆਵ ਹੈ ਆਸ ਕਰ, ਜਾਹੇ ਨਿਰਾਸੇ ਕਿਤ। ਪੰਛੀ ਉੱਡ ਉੱਡ ਕੇ ਆਉਂਦੇ ਨੇ। ਜੇ ਓਏ ਜੇ ਆਵੈ ਆਸ ਕਰ, ਪੰਛੀ ਵਿਸ਼ੇਸ਼ ਤੋਤਾ ਸਮਝਣਾ। ਭਾਈ ਗੁਰਦਾਸ ਜੀਆਂ ਨੇ ਕਿਹਾ, ਫੁੱਲ ਰੱਤੇ ਫਲ ਵਕ ਵਕੇ, ਹੋਏ ਅਫਲ ਫਲੰਦਾ, ਸਾਵਾ ਤੋਤਾ ਚੋਹ ਚੋਹਾ, ਤਿਸ ਦੇਖ ਡਲੰਦਾ। ਉਹਨੂੰ ਤੋਤਾ ਦੇਖ ਕੇ ਇਹ ਹੋ ਜਾਂਦਾ ਕਿ ਮੇਰੇ ਵਾਸਤੇ ਬੜੇ ਸੋਹਣੇ ਫਲ ਨੇ। ਰਾਹੀ ਵੀ ਕਹਿੰਦਾ ਇਹਦੀ ਛਾਂ ਬੜੀ ਸੋਹਣੀ ਹੈ। ਪਰ ਸਾਧ ਸੰਗਤ ਜੀਓ ਬਿਰਛ ਤੇ ਜਦੋਂ ਤੋਤੇ ਨੇ ਆ ਕੇ ਚੁੰਝ ਮਾਰੀ ਨਾ, ਉਹ ਤੋਤੇ ਦੀ ਚੁੰਝ ਉਹਦੇ ਵਿੱਚ ਫਸ ਜਾਂਦੀ ਹੈ, ਨਿਕਲਦੀ ਬੜੀ ਮੁਸ਼ਕਲ ਹੈ, ਕਈ ਤਾਂ ਮਰ ਜਾਂਦੇ ਨੇ। ਸਾਧ ਸੰਗਤ ਜੀਓ ਆਏ ਓਏ ਜੇ ਆਵਹਿ ਆਸ ਕਰ, ਜਾਏ ਨਿਰਾਸੇ ਕਿਤ। ਆਏ ਉਹ ਸਾਧ ਸੰਗਤ ਜੀਓ ਆਸਾਂ ਕਰਕੇ ਪਰ ਨਿਰਾਸੇ ਚਲੇ ਜਾਂਦੇ ਨੇ। ਫਲ ਫਿੱਕੇ ਫੁੱਲ ਬਕ ਬਕੇ, ਕੰਮ ਨ ਆਵਹਿ ਪਤ। ਜਿਵੇਂ ਸਿਮਲ ਬਿਰਛ ਦੇ ਫਲ ਫਿੱਕੇ ਹੁੰਦੇ ਨੇ, ਫੁੱਲ ਵੀ ਬਕ ਬਕੇ ਹੁੰਦੇ ਨੇ, ਬੇਸਵਾਦੇ ਜੇ, ਉਹਦੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ। ਉਹ ਅੰਦਰੋਂ ਨਾ ਥੋਥਾ ਖੋਲ ਜਿਹਾ ਬਣ ਜਾਂਦਾ ਹੈ। ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲਨ, ਸੇ ਫਲ ਕੰਮ ਨ ਆਵਈ, ਤੇ ਗੁਣ ਮੈਂ ਤਨ ਹਨ। ਜਿਵੇਂ ਸਿਮਲ ਦੇ ਰੁੱਖ ਫਲ ਪੱਤੇ ਫੁੱਲ ਕੰਮ ਨਹੀਂ ਆਉਂਦੇ। ਬੰਦਿਆ, ਜੇ ਤੇਰੇ ਵਿੱਚ ਕੋਈ ਗੁਣ ਨਹੀਂ ਨਾ ਰੱਬ ਦਾ, ਤੇਰੇ ਵਿੱਚ ਖਿਮਾ ਨਹੀਂ ਹੈ, ਧੀਰਜ ਨਹੀਂ ਹੈ, ਸੰਤੋਖ ਨਹੀਂ ਹੈ, ਦਇਆ ਨਹੀਂ ਹੈ, ਪ੍ਰੇਮ ਨਹੀਂ ਹੈ, ਇਹ ਰੱਬੀ ਗੁਣ ਨੇ ਭਾਈ। ਜੇ ਇਹ ਨਹੀਂ ਤੇਰੇ ਵਿੱਚ, ਮਹਾਰਾਜ ਕਹਿੰਦੇ ਨੇ ਨਾ, ਫਿਰ ਤੂੰ ਵੀ ਕਿਸੇ ਕੰਮ ਦਾ ਨਹੀਂ ਹੈ। ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆ ਤਤ। ਮਿੱਠਤ ਨੀਵੀ ਨਾਨਕਾ, ਜਿਹੜਾ ਬੰਦਾ ਇੱਕ ਤਾਂ ਬਾਹਰੋਂ ਐਵੇਂ ਉਹੀ ਮੱਥੇ 'ਚ ਟੇਕੀ ਜਾਂਦਾ, ਨਾ ਝੁਕੀ ਜਾਂਦਾ ਹੁੰਦਾ ਉਹੀ ਹੱਥ ਜੋੜ ਕੇ ਬਾਹਰੋਂ। ਜਿਹੜਾ ਬੰਦਾ ਅੰਦਰੋਂ ਸਾਧ ਸੰਗਤ ਜੀ ਝੁਕਦਾ ਨਾ, ਅੰਦਰੋਂ ਸਤਿਕਾਰ ਨਾਲ, ਗੁਰੂ ਨੂੰ ਵੀ, ਸੰਗਤ ਨੂੰ ਵੀ, ਮਹਾਂਪੁਰਸ਼ਾਂ ਨੂੰ ਵੀ, ਉਹਦਾ ਪਤਾ ਲੱਗ ਜਾਂਦਾ। ਉਹਦੀ ਇੱਕ ਨਿਸ਼ਾਨੀ ਹੈ ਕਿ ਉਹ ਬਾਹਰੋਂ ਪਿਆਰ ਤੇ ਪ੍ਰੇਮ ਦੀ ਮਿੱਠੀ ਬੋਲੀ ਬੋਲੂ, ਕਦੀ ਉੱਚਾ ਨਹੀਂ, ਵੱਡਾਪਣ ਨਹੀਂ, ਆਪਣੇ ਆਪ ਨੂੰ ਵੱਡਾਪਣ, ਸੋਹਣਾਪਣ ਨਹੀਂ ਦਿਖਾਉਂਦਾ। ਜਿਵੇਂ ਨੀਵੀਂ ਬੇਰੀ ਚੰਗੀ ਹੁੰਦੀ ਹੈ, ਕਿਉਂਕਿ ਉਸ ਵਿੱਚ 3 ਗੁਣ ਹੁੰਦੇ ਨੇ। ਇੱਕ ਤਾਂ ਉਹਦੇ ਬੇਰ ਮਿੱਠੇ ਹੁੰਦੇ ਨੇ, ਦੂਜੀ ਉਹਦੀ ਸਾਂ ਜਿਹੜੀ ਹੈ ਉਹ ਸਭ ਤੋਂ ਸੰਘਣੀ ਹੁੰਦੀ ਹੈ, ਤੀਜੀ ਉਹਦੀ ਲੱਕੜ ਚੰਗੀ ਹੁੰਦੀ ਹੈ। ਬੇਰੀ 'ਚ 3 ਗੁਣ ਹੁੰਦੇ ਨੇ। ਇਸੇ ਤਰ੍ਹਾਂ ਕਿਉਂਕਿ ਉਹ ਜਿਉਂ-ਜਿਉਂ ਬੇਰ ਲੱਗਦੇ ਆ, ਹੇਠ ਨੂੰ ਆਉਂਦੀ ਆ। ਤੂੰ ਨਾ ਕਦੀ ਕਿਸੇ ਨੂੰ ਮਿੱਠਾ ਬੋਲਣ ਸਿੱਖ। ਜ਼ਿੰਦਗੀ ਦੇ ਵਿੱਚ ਮਿੱਠੇ ਬਚਨਾਂ ਕਰਕੇ ਪ੍ਰਤੀਤ ਹੁੰਦਾ ਕਿ ਸਿੱਧੀਆਂ ਪੱਗਾਂ ਬੰਨ੍ਹਦਾ, ਸਿੱਧੇ ਚੋਲੇ ਪਾਉਂਦਾ, ਜੋ ਕਰਦਾ, ਪਰ ਜਸ ਪ੍ਰਾਪਤ ਵੀ ਬਹੁਤ ਬਣਿਆ। ਤੇ ਚੇਲੇ ਚਾਟੜੇ ਡੇਰੇ ਵੱਡੇ ਵੱਡੇ, ਹੋਰ ਬੜੀ ਦੁਨੀਆ ਆਉਂਦੀ ਹੈ ਇਹਦੇ ਕੋਲੇ। ਕਹਿੰਦੇ
ਪਰ ਉਹ ਨਿਰਾਸੇ ਚਲੇ ਜਾਂਦੇ ਆ। ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਸਤਿਗੁਰੂ ਮਹਾਰਾਜ ਕਹਿੰਦੇ ਨੇ ਪਖੰਡੀਆਂ ਨਾਲੋਂ ਜਿਹੜੇ ਬੰਦੇ ਦੇ ਅੰਦਰ ਪਰਮਾਤਮਾ ਦੇ ਗੁਣ ਟਿਕ ਗਏ, ਚੰਗੇ ਜ਼ਿੰਦਗੀ ਦੇ ਉਹਨੇ ਅਸੂਲ ਬਣਾ ਲਏ, ਉਹਦੀਆਂ ਵਿਸ਼ੇਸ਼ਤਾਈਆਂ ਮਿਠਤ ਨੀਵੀ, ਮਿੱਠੇ ਮਿੱਠੇ ਤੇ ਸੱਚੇ ਸੱਚੇ ਬਚਨ ਬੋਲਦੇ ਆ। ਉਹ ਨੀਵੀਂ ਸਭ ਅੱਗੇ ਨਿਮਰਤਾ ਵਾਲੇ ਗੁਣ ਧਾਰਨ ਕਰਦੇ ਆ, ਕਿਸੇ ਅੱਗੇ ਉੱਚਾ ਨਹੀਂ ਬੋਲਦੇ। ਤੇ ਗੁਣ ਸਤ ਸੰਤੋਖ ਧਰਮ ਧੀਰਜ ਵਿਚਾਰ ਇਹ ਸਭ ਗੁਣ ਗ੍ਰਹਿਣ ਕਰਦੇ ਨੇ। ਚੰਗਿਆਈਆਂ ਪਰਉਪਕਾਰ ਕਰਨਾ ਤਤ ਮਿੱਥਿਆ ਦਾ ਵਿਵੇਚਨ ਕਰਨ ਵਾਲੇ ਸਭ ਤੋਂ ਸ੍ਰੇਸ਼ਟ ਰੱਬ ਦੇ ਪਿਆਰੇ ਹੁੰਦੇ ਹਨ। ਸਤਿਗੁਰੂ ਮਹਾਰਾਜ ਕਹਿੰਦੇ ਉਹ ਸੰਗਤ ਵਿੱਚ ਆ ਕੇ ਔਗਣ ਛੱਡਦੇ ਨੇ ਤੇ ਚੰਗੇ ਗੁਣਾਂ ਨੂੰ ਧਾਰਨ ਕਰਦੇ ਨੇ। ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਏ। ਸਭ ਕੋਈ ਆਪਣੇ ਅੱਗੇ ਲੋਕਾਂ ਨੂੰ ਨਿਭਾਇਆ ਚਾਹੁੰਦਾ ਹੈ। ਮੈਂ ਕਹਿੰਦਾ ਕਿ ਸਾਰੀ ਦੁਨੀਆ ਮੇਰੇ ਅਧੀਨ ਹੋਵੇ। ਤੁਸੀਂ ਵੀ ਕਹਿੰਦੇ ਹੋਵੋਗੇ ਆਹ ਬੰਦਾ ਵੀ ਮੇਰੇ ਪੈਰਾਂ ਹੇਠਾਂ ਹੋਵੇ, ਆਹ ਵੀ ਮੇਰੇ ਥੱਲੇ ਨੀਮਾ ਲੱਗ ਕੇ ਚੱਲੇ, ਆਹ ਵੀ ਲੱਗੇ। ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਸਭ ਕੋ ਨਿਵੈ ਆਪ ਕੋ। ਕਹਿੰਦਾ ਮੇਰੇ ਅੱਗੇ ਨਿਵਣ ਸਾਰੇ, ਮੇਰਾ ਹੁਕਮ ਮੰਨਣ, ਜਿੱਥੇ ਮੈਂ ਕਵਾਂ ਉੱਥੇ ਸਾਧ ਸੰਗਤ ਜੀਓ। ਪਰ ਕੋ ਨਿਵੈ ਨਾ ਕੋਏ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਜੀਓ ਤੇ ਮੈਨੂੰ ਨਾ ਕਿਸੇ ਅੱਗੇ ਨਿਵਣਾ ਪਵੇ। ਇਹ ਰੱਬ ਦੀ ਗੱਲ ਨਹੀਂ ਸੱਜਣਾ। ਅਸਲ ਨੀਵਾਂ ਹੀ ਚੰਗਾ ਲੱਗਦਾ ਹੈ, ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਨੇ। ਮਹਾਰਾਜ ਕਹਿੰਦੇ ਨੇ ਸਭ ਕੋਈ ਆਪਣੇ ਆਪ ਨਿਬੰਦਾ ਹੈ ਪਰ ਦੂਸਰੇ ਨੂੰ ਕੋਈ ਨਹੀਂ ਨਿਬੰਦਾ। ਇੱਕ ਮੈਂ ਹੋਰ ਦੇਖਿਆ, ਤੁਸੀਂ ਹੁਣ ਦੇਖਿਓ, ਜਦੋਂ ਤੁਹਾਡੇ ਤੋਂ ਕਿਸੇ ਨੇ ਕੋਈ ਮਤਲਬ ਲੈਣਾ ਨਾ, ਕਿਵੇਂ ਤੁਹਾਡੇ ਪਾਣਾ ਸਰਾਣੇ ਆ ਕੇ ਬੈਠੂ ਨਿਮਾਓ ਵਾਹੂ ਵਾਹੂ। ਸਾਧ ਸੰਗਤ ਜੀਓ ਜਦੋਂ ਉਹਦਾ ਕਾਰਜ ਹੋ ਗਿਆ ਉਦੋਂ ਫਿਰ ਉਹੀ ਦੁਨਿਆਵੀ ਹੈ। ਸਾਧ ਸੰਗਤ ਜੀਓ ਕੁਦਰਤੀ ਗੱਲ ਹੋ ਗਈ ਇਹ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਿਵਣੇ ਵਿੱਚ ਨੀਚਾਪਣ ਨਹੀਂ, ਸਗੋਂ ਗੌਰਵਤਾ ਆਉਂਦੀ ਹੈ। ਜਿਹੜਾ ਬੰਦਾ ਨਿਮਦਾ ਹੈ ਨਾ, ਕੋਈ ਬੰਦਾ ਉਹਨੂੰ ਗਾਲਾਂ ਕੱਢ ਗਿਆ, ਉੱਚਾ ਬੋਲ ਗਿਆ, ਹੋਰ ਕਈ ਪ੍ਰਕਾਰ ਦੇ, ਉਹਦੇ ਕਈ ਵਾਰੀ ਡਾਂਗ ਸੋਟਾ ਵੀ ਮਾਰ ਜਾਂਦਾ ਹੈ, ਪਰ ਉਹਨੇ ਵਿਚਾਰੇ ਨੇ ਅੱਗੋਂ ਹੱਥ ਨਹੀਂ ਚੁੱਕਿਆ ਨਹੀਂ। ਤੇ ਫਿਰ ਉਹਦੀ ਰੱਬ ਮਦਦ ਕਰਦਾ ਹੈ। ਰੱਬ ਫਿਰ ਕੀ ਮਦਦ ਕਰਦਾ ਹੈ? ਰੱਬ ਕੋਈ ਇਹੋ ਜਿਹਾ ਨੁਕਸਾਨ ਕਰਦਾ ਹੈ ਜਿਹੜਾ ਸਾਰੀ ਜ਼ਿੰਦਗੀ ਦੀ ਢੂਹੀ ਤੋੜ ਕੇ ਰੱਖ ਦਿੰਦਾ ਉਹਦੀ। ਫਿਰ ਮੰਦਾ ਬੋਲਣ ਵਾਲੇ ਦੀ, ਉੱਚਾ ਚੱਲਣ ਵਾਲੇ ਦੀ, ਨੀਵੇਂ ਚੱਲਣ ਵਾਲੇ ਨੂੰ ਮੇਰੇ ਸਤਿਗੁਰਾਂ ਨੇ ਵਡਿਆਈ ਦਿੱਤੀ ਹੈ। ਧਰ ਤਾ ਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ। ਨਿਵੈ ਸੋ ਗੌਰਾ ਹੋਏ। ਹੁਣ ਤੁਸੀਂ ਇੱਕ ਪਾਸੇ ਸਾਧ ਸੰਗਤ ਜੀਓ ਝੂਠ ਪਾ ਲਓ ਤੇ ਇੱਕ ਪਾਸੇ ਸੱਚ ਪਾ ਲਓ। ਝੂਠ ਪਾ ਲਿਆ, ਮੰਨ ਲਓ ਕਿ ਇੱਕ ਪਾਸੇ ਪਿੱਤਲ ਪਾ ਲਿਆ, ਇੱਕ ਪਾਸੇ ਸੋਨਾ ਪਾ ਲਿਆ। ਸੋਨਾ ਭਾਰੀ ਹੈ, ਪਿੱਤਲ ਹੌਲਾ ਹੈ। ਸਾਧ ਸੰਗਤ ਜੀਓ ਜਿਹੜੇ ਤੱਕੜੀ ਦੇ ਪਾਲੜੇ ਵਿੱਚ ਵਸਤੂ ਵੱਧ ਹੋਊਗੀ ਉਹੀ ਪਾਲੜਾ ਨਿਮੂਗਾ ਥੱਲੇ ਨੂੰ, ਭਾਰਾ ਹੈ ਨਾ ਉਹ। ਸਾਧ ਸੰਗਤ ਜੀ ਕੋਈ ਵਿਦਵਾਨ ਕਹਿੰਦਾ ਹੈ ਅੰਮ੍ਰਿਤਸਰ ਬੈਕੁੰਠ ਕੋ ਤੋਲਿਓ ਹਰਦਾਸ, ਗੌਰਾ ਸੋ ਧਰਤੀ ਰਹਿਓ ਹੌਰਾ ਚੜਿਓ ਕਾਸ। ਹੁਣ ਸੋਨਾ ਉੱਡ ਕੇ ਤਾਹਾਂ ਨੂੰ ਕਿਉਂ ਨਹੀਂ ਜਾਂਦਾ, ਘਾਹ ਫੂਸ ਕਿਉਂ ਜਾਂਦਾ? ਭਾਈ ਸੋਨਾ ਚਾਂਦੀ ਹੀਰੇ ਜਵਾਹਰ ਇਹ ਭਾਰੀ ਹੁੰਦੇ ਨੇ, ਔਰ ਜਿਹੜੇ ਕੱਖ ਕੰਡੇ ਹੁੰਦੇ ਨੇ ਹੌਲੇ ਹੁੰਦੇ ਨੇ। ਮਹਾਰਾਜ ਕਹਿੰਦੇ ਨੇ ਤੂੰ ਹੌਲਾ ਕੱਖਾਂ ਕਾਨਿਆਂ ਵਰਗਾ ਨਾ ਬਣ, ਤੂੰ ਰੱਬੀ ਗੁਣਾਂ ਦੇ ਨਾਲ ਆਪਣੇ ਆਪ ਨੂੰ ਭਾਰਾ ਕਰ। ਜਿਹੜਾ ਬੰਦਾ ਭਾਰਾ ਹੈ ਨਾ, ਨਿਵ ਚੱਲਣ ਕੀ ਅਤ ਦੁਖਦਾਈ, ਜਿਉ ਅੰਕਸ ਧਨ ਉਗਰ ਬਿਲਾਈ। ਇਸ ਕਰਕੇ ਸਾਧ ਸੰਗਤ ਜੀਓ ਇਸ ਤਰ੍ਹਾਂ ਨੀਵਾਂ ਨਹੀਂ ਹੋਣਾ ਜਿਵੇਂ ਸੱਪ। ਆਪਾਂ ਕਹੀਏ ਵੀ ਇਹ ਨੀਵਾਂ ਹੁੰਦਾ, ਮੱਥਾ ਟੇਕਦਾ ਪਰ ਉਹ ਡੰਗ ਮਾਰਦਾ ਕਿਸੇ ਦੇ। ਜੇ ਕਹੀਏ ਕਿ ਜਿਹੜਾ ਹਰਨ ਤੁਰਿਆ ਜਾਂਦਾ ਮਿਰਗ ਡਾਰਾਂ ਦੇ ਵਿੱਚ, ਇੱਕ ਸ਼ਿਕਾਰੀ ਉਹਨੂੰ ਮੱਥਾ ਟੇਕਦਾ, ਮੱਥਾ ਨਹੀਂ ਟੇਕਦਾ, ਉਹਦੇ ਤੀਰ ਮਾਰਦਾ ਨਿਮਕੇ। ਇਹੋ ਜਿਹਾ ਨਿਵਾਣਾ ਨਾ ਨਿਵੀਂ। ਸਤਿਗੁਰੂ ਕਹਿੰਦੇ ਨੇ ਜਿਵੇਂ ਤੱਕੜੀ ਵਿੱਚ ਪਾਇਆ ਹੋਇਆ ਤੋਲ ਵਸਤੂ ਜਿਹੜੀ ਭਾਰੀ ਹੁੰਦੀ ਆ ਉਹ ਥੱਲੇ ਨਿਭ ਜਾਂਦੀ ਹੈ, ਜਿਹੜਾ ਹੌਲਾ ਹੁੰਦਾ ਉਹ ਉੱਪਰ ਨੂੰ ਚੜ੍ਹ ਜਾਂਦਾ ਹੈ। ਜਿੰਨੇ ਨਾ ਨੀਵੇਂ ਹੋਣਗੇ ਬੰਦੇ ਗੁਣ ਪ੍ਰਾਪਤ ਕਰਕੇ। ਆਪਸ ਕੋ ਜੋ ਜਾਣੋ ਨੀਚਾ, ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਆਂ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਨੀਵਾਂ ਕਹਾਉਂਦਾ, ਭਾਈ ਮੈਂ ਬੁਰਾ ਸਾਰਿਆਂ ਤੋਂ, ਮਾੜਾ ਮੈਂ ਤਾਂ ਬਹੁਤ ਕਮੀਨਾ ਇਨਸਾਨ ਹੈ, ਮੇਰੇ 'ਚ ਤਾਂ ਬਹੁਤ ਵੱਡੇ ਵੱਡੇ ਔਗਣ ਨੇ,
ਕਦੇ ਆਪਣੇ ਆਪ ਨੂੰ ਕਿਹਾ ਕਰੋ ਇਉਂ ਰੱਬ ਦੇ ਨੇੜੇ ਲੱਗ ਜਾਓਗੇ। ਵਰਨਾ ਜੇ ਹੰਕਾਰ ਇਸੇ ਤਰ੍ਹਾਂ ਕਰੀ ਗਏ ਅਸੀਂ ਰੱਬ ਤੋਂ ਵਾਂਝੇ ਰਹਿ ਜਾਾਂਗੇ। ਕਦੀ ਵੀ ਆਪਣੇ ਆਪ ਨੂੰ ਉੱਚਾ ਹੋ ਕੇ ਨਾ ਮਾਣ ਕਰੀ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ। ਅਪਰਾਧੀ ਜਿਹੜਾ ਗੁਨਾਹਗਾਰ ਪੁਰਸ਼ ਹੁੰਦਾ ਨਾ ਉਹ ਦੂਣਾ ਨਿਭਦਾ। ਸਾਧ ਸੰਗ ਤੁਸੀਂ ਆਮ ਦੇਖਿਓ ਆ ਕੇ ਕਿੰਨੇ ਪਖੰਡ ਜੇ ਕਰਦਾ ਹੁੰਦਾ, ਗੁਰਦੁਆਰੇ ਵੀ ਆਵੇ ਕਿਤੇ ਹੋਰ ਜਾਵੇ, ਅੰਦਰ ਸਾਧ ਸੰਗ ਜਿਓ ਅੱਗ ਹੁੰਦੀ ਆ, ਉਹਦੇ ਅੰਦਰ ਮੈਲ ਹੁੰਦੀ ਆ, ਅੰਦਰ ਈਰਖਾ ਦਾ ਭਰਿਆ ਹੁੰਦਾ। ਮਹਾਰਾਜ ਕਹਿੰਦੇ ਨੇ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ। ਜਿਵੇਂ ਹਰਨ ਨੂੰ ਮਿਰਗ ਨੂੰ ਮਾਰਨ ਵਾਸਤੇ ਸ਼ਿਕਾਰੀ ਨਿਮਦਾ, ਸ਼ਿਕਾਰੀ ਉਹਨੂੰ ਮੱਥਾ ਨਹੀਂ ਟੇਕਦਾ ਤਾਂ ਉਹਦਾ ਜਾਨ ਲੇਵਾ ਬਣਦਾ। ਸੱਪ ਕਿਸੇ ਬੰਦੇ ਨੂੰ ਮੱਥਾ ਨਹੀਂ ਟੇਕਦਾ, ਡੰਗ ਮਾਰਦਾ ਨਿਮ ਕੇ। ਇਉਂ ਨਾ ਸਾਧ ਸੰਗਤ ਨੀਵੀਂ। ਹੁਣ ਦੇਖੋ ਸਾਰੇ ਮਾੜੇ ਕੰਮ ਵੀ, ਠੱਗੀਆਂ ਵੀ ਕਰੀ ਜਾਣੀਆਂ, ਕਿਸੇ ਦਾ ਹੱਕ ਵੀ ਖਾਈ ਜਾਣਾ, ਅੰਦਰੋਂ ਬੁਰਾਈਆਂ ਵੀ ਨਹੀਂ ਕੱਢਣੀਆਂ, ਬੈਰ ਵਿਰੋਧ ਵੀ ਬਹੁਤ ਹੈ, ਦੁਨੀਆ ਦੇ ਬਹੁਤੇ ਔਗਣ ਨੇ, ਤੇ ਬਾਹਰੋਂ ਨਿਵ ਕੇ ਮੱਥਾ ਵੀ ਟੇਕਦਾ, ਨਸ਼ਾ ਵੀ ਕੋਈ ਛੱਡਣਾ ਨਹੀਂ, ਹਰ ਇੱਕ ਦੀ ਚੁਗਲੀ ਨਿੰਦਿਆ ਬੁਰਾਈ ਕਰਨੀ ਹੈ। ਫਿਰ ਮਹਾਰਾਜ ਕਹਿੰਦੇ ਉਹਨਾਂ ਦਾ ਮੱਥਾ ਟੇਕਣਾ, ਸੀਸ ਨਵਾਇਆ ਕਿਵੇਂ ਹੁੰਦਾ ਹੈ? ਸੀਸ ਨਿਵਾਇਐ ਕਿਆ ਥੀਐ ਜਾ ਹਿਰਦੈ ਕੁਸੁੱਧੇ ਜਾਹੇ। ਕੁਸੁੱਧੇ ਜਦੋਂ ਅੰਦਰ ਜਿਹੜਾ ਅੰਦਰੋਂ ਮੈਲ ਹੈ ਨਾ, ਮੈਲ ਭਰੀ ਪਈ ਹੈ, ਜਿੰਨੇ ਮਰਜੀ ਸੀਸ ਨਵਾ ਲੈ। ਮਹਾਰਾਜ ਕਹਿੰਦੇ ਨੇ ਤੇਰੇ ਸੀਸ ਨਵਾਏ ਹੋਏ ਕਿਸੇ ਕੰਮ ਨਹੀਂ, ਮੱਥੇ ਟੇਕੇ ਹੋਏ ਕਿਸੇ ਕੰਮ ਨਹੀਂ, ਜਦ ਤੱਕ ਅੰਦਰਲੀ ਮੈਲ ਨਹੀਂ ਕੱਢਦਾ। ਸੀਸ ਨਿਵਾਇਆ ਗਿਰ ਪਰਤ ਬਹੁ ਪਾਪਨ ਕੀ ਪੋਟ, ਤਾਤੇ ਸੀਸ ਨਿਵਾਈਆ ਲੱਗੇ ਨਾ ਜਮ ਕੀ ਚੋਟ। ਜਮਾਂ ਦੀ ਚੋਟ ਨਹੀਂ ਲੱਗਦੀ ਜਿਹੜੇ ਪ੍ਰਭੂ ਨੂੰ ਪਰਮਾਤਮਾ ਨੂੰ ਅੰਦਰੋਂ ਸੀਸ ਨਿਵਾਉਂਦੇ ਨੇ। ਜੇ ਬਾਹਰੋਂ ਨਿਮਦੇ ਨੇ ਅੰਦਰੋਂ ਮੈਲੇ ਨੇ, ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦੀ ਗੱਲ ਨਹੀਂ ਚੱਲਣੀ, ਉਹ ਮਹਾ ਪਾਪੀ ਹੈ, ਗੁਰੂ ਨਾਲ ਧੋਖਾ ਕਰ ਰਿਹਾ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਖੰਡੀ ਲੋਕਾਂ ਨੂੰ ਕਹਿੰਦੇ ਨੇ ਜਿਹੜੇ ਵੇਦ ਸ਼ਾਸਤਰ ਸੰਧਿਆ ਤਰਪਣ ਕਰਦੇ ਨੇ। ਪੜ੍ਹ ਪੁਸਤਕ ਸੰਧਿਆ ਬਾਦਮ। ਸੰਧਿਆ ਤਿੰਨ ਹੁੰਦੀਆਂ ਨੇ, ਸਵੇਰ ਦੀ, ਦੁਪਹਿਰ ਦੀ ਤੇ ਸ਼ਾਮ ਦੀ। ਸਾਧ ਸੰਗਤ ਜੀਓ ਤੇਰੇ ਤ੍ਰੈ ਕਾਲ ਸੰਧਿਆ ਜੋ ਵੀ ਕਰੀ ਜਾਵੇ ਬੇਅਰਥ ਹੈ। ਕਿਉਂ? ਮਹਾਰਾਜ ਕਹਿੰਦੇ ਨੇ ਸਿਲ ਪੂਜਸ ਬਗਲ ਸਮਾਦੰ। ਤੂੰ ਪੱਥਰ ਦੀ ਠਾਕੁਰਾਂ ਦੀ ਤਾਂ ਪੂਜਾ ਕਰਦਾ ਹੈ, ਪਰ ਅੰਦਰੋਂ ਬਗਲ ਸਮਾਧੀ ਲੱਗੀ ਹੋਈ ਹੈ, ਜੁੜਿਆ ਨਹੀਂ ਹੈ ਪਰਮਾਤਮਾ ਨਾਲ, ਨਹੀਂ ਤੂੰ ਜੁੜਿਆ। ਬਾਹਰੋਂ ਐਵੇਂ ਅੱਖਾਂ ਬੰਦ ਬੰਦ ਕਰਕੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਬਗਲੇ ਵਾਂਗੂ ਅੱਖਾਂ ਵਿੱਚ ਕੇ ਸਮਾਧੀ ਲਾਉਣਾ। ਤੇ ਮੇਰੇ ਸਤਿਗੁਰੂ ਕਹਿੰਦੇ ਨੇ ਬਗਲ ਸਮਾਧੀ ਹੈ, ਪੱਥਰਾਂ ਦੀ ਪੂਜਾ ਕਰਦਾ ਹੈ। ਮੁਖ ਝੂਠ ਵਿਭੂਖਣ ਸਾਰੰ। ਕਹਿੰਦੇ ਮੁੱਖੋਂ ਨਾ ਝੂਠ ਨੂੰ ਬੋਲ ਕੇ ਇਉਂ ਬਣਾ ਦਿੰਦਾ ਜਿਵੇਂ ਇਹ ਕੋਈ ਨਕਲੀ ਆਰਟੀਫਿਸ਼ਲ ਜਿਹੜੇ ਗਹਿਣੇ ਹੁੰਦੇ ਨੇ, ਝੂਠ ਬੋਲ ਕੇ ਉਹਨਾਂ ਨੂੰ ਸੱਚੇ ਬਣਾ ਦੇਵੇ। ਕੋਈ ਬੰਦੇ ਕੋਲੇ ਨਕਲੀ ਗਹਿਣੇ ਨੇ, ਰੰਗ ਵੀ ਸੋਨੇ ਵਰਗਾ, ਘਾੜਤ ਵੀ ਸੋਨੇ ਵਰਗੀ ਆ, ਪਰ ਸਾਧ ਸੰਗਤ ਜੀਓ ਉਹ ਹੈ ਨਕਲੀ ਨੇ। ਕਿਸੇ ਝੂਠ ਬੋਲਣ ਵਾਲੇ ਨੇ ਉਹਨੂੰ ਸੱਚਾ ਬਣਾਤਾ। ਮਹਾਰਾਜ ਕਹਿੰਦੇ ਜਿਹੜੇ ਧਾਰਮਿਕ ਲੋਕ ਵੀ ਨੇ, ਅੰਮ੍ਰਿਤ ਵੀ ਛਕਿਆ ਹੋਊਗਾ ਤੇ ਬਾਣੀ ਵੀ ਪੜ੍ਹਦੇ ਆ, ਹੋਰ ਵੀ ਕਰਦੇ ਆ, ਝੂਠ ਬੋਲ ਕੇ ਨਾ ਮੁਨੱਮੇ ਦੇ ਗਹਿਣਿਆਂ ਨੂੰ ਤੇ ਸਾਧ ਸੰਗ ਸੋਨੇ ਦੇ ਗਹਿਣੇ ਬਣਾ ਬਣਾ ਕੇ ਅਸੀਂ ਦੱਸਦੇ ਆ ਮੁਲੰਮੇ ਦੇ ਗਹਿਣਿਆਂ ਨੂੰ। ਮਹਾਰਾਜ ਕਹਿੰਦੇ ਰੋਜ਼ ਗੁਰਦੁਆਰੇ ਆਉਣਾ ਹੈ ਤੇ ਝੂਠ ਤਾਂ ਛੱਡਿਆ ਹੀ ਨਹੀਂ ਹੈ। ਸਾਧ ਸੰਗਤ ਜੀਓ ਇੰਨਾ ਝੂਠ ਬੋਲਦਾ ਤੂੰ, ਦੂਸਰੇ ਦੀ ਨਿੰਦਿਆ ਤੇ ਬੁਰਾਈ ਕਰਦਾ ਹੈ। ਤ੍ਰੈ ਪਾਲ ਤੇ ਹਾਲ ਵਿਚਾਰੰ। ਤ੍ਰੈ ਪਦੇ ਵਾਲੀ ਗਾਇਤਰੀ ਤਿੰਨ ਵੇਲੇ ਪੜ੍ਹਨੀ, ਵਿਚਾਰ ਨਾ ਕਰਨੀ। ਤਿੰਨ ਪਾਲਾਂ ਵਾਲੀ ਪਦਾਂ ਵਾਲੀ ਗਾਇਤਰੀ ਔਰ ਤਿੰਨ ਲੜਾਂ ਵਾਲੀ ਧੋਤੀ ਪਾਉਣੀ, ਇਹ ਤ੍ਰੈ ਪਾਲ ਦੇ ਵਿਚਾਰ ਕਰਦਾ ਹੈ। ਸਾਧ ਸੰਗਤ ਜੀ ਪਾਪ ਨਿਵਰਤ ਨਹੀਂ ਹੁੰਦੇ, ਤੂੰ ਕਹਿੰਦਾ ਹੋ ਜਾਣਗੇ ਪਰ ਨਹੀਂ ਹੁੰਦੇ। ਗਲ ਮਾਲਾ ਤਿਲਕ ਲਲਾਟੰ। ਭਾਵੇਂ ਗਲ ਵਿੱਚ ਵੱਡੀ ਸਾਰੀ ਮਾਲਾ ਪਾਈ ਹੈ, ਮੱਥੇ ਦੇ ਉੱਤੇ ਤਿਲਕ ਲੱਗਿਆ ਹੋਇਆ ਤੇਰੇ। ਦੋਏ ਧੋਤੀ ਬਸਤਰ ਕਪਾਟੰ। ਇਹ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਬ੍ਰਾਹਮਣ ਨੂੰ, ਇੱਕ ਪੰਡਤ ਨੂੰ ਕਹਿੰਦੇ ਨੇ ਤੇਰੇ ਗਲ ਵਿੱਚ ਪੰਡਤ ਜੀ ਮਾਲਾ ਪਾਈ ਹੈ, ਮੱਥੇ ਤੇ ਤਿਲਕ ਲਾਇਆ ਹੈ, ਦੋਏ ਧੋਤੀ ਬਸਤਰ ਕਪਾਟੰ। ਕਹਿੰਦੇ ਚਾਹੇ ਬਸਤਰ ਦੀਆਂ ਸਾਧ ਸੰਗ ਜੀ ਤਿਲਕ ਲਗਾ ਕੇ ਦੋ ਧੋਤੀਆਂ ਪਾ ਲਵੇ,
ਇੱਕ ਲੱਕ ਤੇ ਬੰਨ ਲਵੇਂ, ਮੱਥੇ ਦੇ ਉੱਤੇ ਕਪਾਟੋਂ ਓਪਰਾ ਕੱਪੜਾ ਰੱਖ ਲਵੇਂ, ਤੇ ਸਾਧ ਸੰਗਤ ਜੀਓ ਆਪਣੇ ਗੋਡਿਆਂ ਤੇ ਵੀ ਬਸਤਰ ਤੇ ਧੋਤੀਆਂ ਬੰਨ ਲਵੇਂ। ਇੰਨਾ ਕੁਛ ਕਰਨ ਦੇ ਬਾਵਜੂਦ ਵੀ ਜੇ ਜਾਣਸ ਬ੍ਰਹਮੰ ਕਰਮੰ, ਜਿਹੜੇ ਪੁਰਸ਼ ਬ੍ਰਹਮ ਦੀ ਪ੍ਰਾਪਤੀ ਤੇ ਕਰਮਾਂ ਨੂੰ ਜਾਣਦੇ ਨੇ, ਮਹਾਰਾਜ ਕਹਿੰਦੇ ਜਿਹੜੇ ਪੁਰਸ਼ ਨਾ ਬ੍ਰਹਮ ਦੀ ਪਰਮਾਤਮਾ ਦੀ ਪ੍ਰਾਪਤੀ ਨੂੰ ਚੰਗੇ ਕਰਮਾਂ ਨੂੰ ਜਾਣਦੇ ਨੇ, ਸਭ ਫੋਕਟ ਨਿਸ਼ਚਉ ਕਰਮੰ, ਉਹਨਾਂ ਦੀ ਨਿਗਾਹ ਦੇ ਵਿੱਚ ਭਾਈ ਪੰਡਤ ਜੀ ਤੂੰ ਜਿਹੜਾ ਧੋਤੀ ਪਾ ਕੇ ਤਿਲਕ ਲਾ ਕੇ ਹੋਰ ਸੰਧਿਆ ਗਾਇਤਰ ਤਰਪਣ ਗਾਇਤਰੀ ਦੇ ਮੰਤਰ ਪੜ ਰਿਹਾ ਹੈ, ਸਭ ਫੋਕਟ ਨਿਸ਼ਚਉ ਕਰਮੋਂ, ਸਾਰੇ ਕਰਮ ਨੇ ਫਲ ਨੇ। ਕਹੋ ਨਾਨਕ ਨਿਹਚੋ ਧਿਆਵੈ, ਜਿਹੜਾ ਭਾਈ ਅੰਦਰੋਂ ਨੀਚੇ ਦੇ ਨਾਲ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਔਰ ਉਹ ਪੜਦਾ ਹੈ ਸਾਧ ਸੰਗਤ ਜੀਓ, ਉਹ ਜਪਦਾ ਟਕਾ ਦੇ ਵਿੱਚ ਆ ਕੇ ਵਾਹਿਗੁਰੂ 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 ਵਾਹਿਗੁਰੂ। ਮਨ ਕਹਿੰਦੇ ਨਾ ਕਹੋ ਨਾਨਕ ਨਿਹਚੋ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ। ਜਿਹੜਾ ਨਿਹਚੇ ਨਾਲ ਧਿਆਉਂਦਾ ਨਾ ਉਹਨੂੰ ਪ੍ਰਾਪਤੀ ਹੋਊਗੀ। ਸਤਿਗੁਰੂ ਤੋਂ ਬਿਨਾ ਤੈਨੂੰ ਕੋਈ ਰਸਤਾ ਨਹੀਂ, ਤੈਨੂੰ ਗੁਰੂ ਨੇ ਹੀ ਰਸਤੇ ਪਾਉਣਾ। ਬਾਟ ਹੁੰਦੀ ਹੈ ਰਸਤਾ, ਕਿੰਨੀ ਕੁ ਬਾਟ ਰਹਿ ਗਈ ਆਪਾਂ ਕਹਿ ਦਿੰਦੇ ਹਾਂ। ਇਸ ਕਰਕੇ ਭਗਤੀ ਰੂਪੀ ਬਾਟ ਦਾ ਰਸਤਾ ਪ੍ਰਾਪਤ ਨਹੀਂ ਕਰ ਸਕਦਾ। ਪੌੜੀ ਦੁਆਰਾ ਮੇਰੇ ਮਾਲਕ ਕਿਰਪਾ ਕਰਦੇ ਨੇ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਸਰੀਰ ਦੇ ਉੱਤੇ ਸੋਹਣੇ ਸੋਹਣੇ ਕੱਪੜੇ ਪਾਉਣਾ, ਵਸਤਰ ਔਰ ਸੋਨਾ ਚਾਂਦੀ ਪਾਉਣਾ, ਸਰੀਰ ਨੂੰ ਸ਼ਿੰਗਾਰ ਕੇ ਰੱਖਦਾ ਹੈ। ਤੇ ਬੁਢਾਪਾ ਵੀ ਆ ਜਾਵੇ ਨਾ, ਚੰਗੇ ਚੰਗੇ ਬਿਊਟੀ ਪਾਰਲਰਾਂ ਦੇ ਵਿੱਚ ਜਾ ਕੇ ਔਰ ਇਹ ਸਰੀਰ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ। ਬੰਦਿਆ ਤੂੰ ਇਹ ਕੱਪੜਾ ਸੋਹਣਾ ਰੂਪ ਸੁਹਾਵਣਾ ਦੁਨੀਆ ਦੇ ਅੰਦਰ ਛੱਡ ਜਾਵੇਗਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜੀਵ ਦੇ ਤਿੰਨ ਸੰਬੰਧੀ ਨੇ, ਧਨ ਹੈ ਇੱਕ ਤਾਂ ਇਹਦਾ ਮਿੱਤਰ ਪਹਿਲਾ, ਦੂਜੇ ਸੰਬੰਧੀ, ਤੀਜੇ ਕਰਮ। ਧਨ ਉਦੋਂ ਤੱਕ ਮਿੱਤਰ ਹੈ ਜਦੋਂ ਤੱਕ ਤੇਰੀ ਜ਼ੁਬਾਨ ਚੱਲਦੀ ਹੈ। ਜਿੱਦੇ ਜ਼ੁਬਾਨ ਬੰਦ ਹੋ ਗਈ ਨਾ, ਉਹਦੇ ਧਨ ਤੇਰਾ ਸਾਧ ਸੰਗਤ ਬੇਅਰਥ ਜਾਊਗਾ। ਸੰਬੰਧੀ ਜਿਹੜੇ ਨੇ ਤੇਰੇ, ਇਹ ਜਦ ਤੱਕ ਤੇਰੇ ਸਰੀਰ ਨੂੰ ਸ਼ਮਸ਼ਾਨ ਘਾਟ ਵਿੱਚ ਲਿਜਾ ਕੇ ਚਿਤਾ ਤੇ ਰੱਖ ਦਿੰਦੇ ਨੇ ਉਦੋਂ ਤੱਕ ਨੇ ਸੰਬੰਧੀ। ਅੱਗੇ ਇਹ ਤਾਂ ਫਿਰ ਮੁੜ ਆਉਂਦੇ ਨੇ ਘਰ ਨੂੰ ਵਾਪਸ, ਤੈਨੂੰ ਅੱਗ ਤੇ ਰੱਖ ਕੇ ਅਗਨ ਭੇਟ ਕਰਕੇ ਕੋਈ ਕਬਰ ਵਿੱਚ ਦਫਨਾ ਕੇ। ਪਰ ਅੱਗੇ ਤੇਰੇ ਨਾਲ ਕੌਣ ਜਾਂਦਾ ਹੈ? ਅੱਗੇ ਤੇਰੇ ਨਾਲ ਤੇਰੀਆਂ ਚੰਗਿਆਈਆਂ ਤੇ ਬੁਰਿਆਈਆਂ ਜਾਂਦੀਆਂ ਨੇ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ। ਚੰਗਿਆਈਆਂ ਤੇ ਬੁਰਿਆਈਆਂ ਸਾਧ ਸੰਗ ਜਾਂਦੀਆਂ ਨੇ, ਚੰਗੇ ਤੇ ਮਾੜੇ ਕਰਮ ਜਾਂਦੇ ਨੇ। ਹੁਣ ਅਸੀਂ ਵੇਖਣਾ ਕਿ ਅਸੀਂ ਚੰਗੇ ਕਰਦੇ ਹਾਂ ਜਾਂ ਮਾੜੇ ਕਰਮ ਕਰਦੇ ਹਾਂ। 24 ਘੰਟਿਆਂ ਦੇ ਵਿੱਚ ਜਿਹੜਾ ਬੀਜ ਬੀਜਣਾ ਹੈ, ਇਹ ਕਿਹੋ ਜਿਹਾ ਬੀਜ ਬੀਜਦੇ ਹਾਂ? ਅਸੀਂ ਨਿੰਦਿਆ ਤਾਂ ਨਹੀਂ ਕਰਦੇ, ਬੈਰ ਵਿਰੋਧ ਤਾਂ ਨਹੀਂ ਸਾਡੇ ਅੰਦਰ, ਸਾਡੇ ਅੰਦਰ ਪਾਪਾਂ ਦੀ ਮੈਲ ਤਾਂ ਨਹੀਂ, ਵਿਸ਼ੇ ਵਿਕਾਰ ਤਾਂ ਨਹੀਂ, ਕਿਸੇ ਦਾ ਹੱਕ ਤਾਂ ਨਹੀਂ ਅਸੀਂ ਖਾਂਦੇ, ਔਰ ਕਿਸੇ ਨੂੰ ਮੰਦੇ ਸ਼ਬਦ ਤਾਂ ਨਹੀਂ ਜੀਭਾਂ ਨਾਲ ਬੋਲਦੇ। ਤੇ ਮਹਾਰਾਜ ਕਹਿੰਦੇ ਨੇ ਫਿਰ ਇਹ ਜਿਹੜਾ ਕੁਝ ਕਰੇਗਾ ਅੱਗੇ ਕੀ ਭੁਗਤੇਗਾ? ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਇਹ ਮਨੁੱਖ ਤਿੰਨ ਪ੍ਰਕਾਰ ਕਰਕੇ ਕਰਮ ਬੀਜਦਾ। ਤਿੰਨ ਪ੍ਰਕਾਰ ਕਰਕੇ ਨਾ ਇਹ ਕਰਮਾਂ ਨੂੰ ਬੀਜਦਾ ਸਾਧ ਸੰਗਤ ਜੀਓ। ਇੱਕ ਤਾਂ ਇਹ ਕਰਮ ਬੀਜਦਾ ਸਰੀਰ ਨਾਲ। ਸਰੀਰ ਨਾਲ ਜਿਵੇਂ ਅਤਿਆਚਾਰੀ ਕਿਸੇ ਨੂੰ ਕੁੱਟਦਾ ਹੈ, ਮਾਰਦਾ ਹੈ, ਤੇ ਦੁਰਾਚਾਰੀ ਸੇ ਸਾਧ ਸੰਗਤ ਜੀਓ ਬਲਾਤਕਾਰੀ ਕਿਸੇ ਦੀ ਹਿੰਸਾ ਕਰਦਾ, ਗਲ ਵੜਦਾ। ਇੱਕ ਤਾਂ ਇਹ ਮਾੜੇ ਕਰਮ ਕਰਦਾ। ਜੀਭਾ ਕਰਕੇ ਕਿਸੇ ਨੂੰ ਕੌੜਾ ਬੋਲਣਾ, ਝੂਠ ਬੋਲਣਾ, ਨਿੰਦਿਆ ਕਰਨੀ। ਨਿੰਦਿਆ ਵੀ ਸਤਿਪੁਰਸ਼ਾਂ ਦੀ, ਜਿਹੜੇ ਰੱਬ ਦੀ ਬੰਦਗੀ ਕਰਦੇ ਨੇ, ਉਹਨਾਂ ਦੀ ਕਰਨੀ। ਬਸ ਸਾਧ ਸੰਗਤ ਜੀਓ ਬਹੁਤ ਮਾੜਾ ਬੀਜ ਰਿਹਾ ਉਹ ਮਨੁੱਖ, ਬਹੁਤ ਮਾੜੇ ਤੇ ਸਾਧ ਸੰਗਤ ਜੀਓ ਘਟੀਆ ਫਲ ਪ੍ਰਾਪਤ ਕਰ ਰਿਹਾ ਹੈ। ਹੁਣ ਇੱਥੇ ਕਹਿੰਦੇ ਨੇ ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਇਹਨੇ ਆਪੇ ਹੀ ਪਾਉਣਾ ਮੰਦਾ ਚੰਗਾ ਕੀਤਾ ਆਪਣਾ। ਹੁਕਮ ਕੀਏ ਮਨ ਭਾਵ ਦੇ, ਰਾਹੇ ਭੀੜੈ ਅੱਗੇ ਜਾਵਣਾ। ਇੱਥੇ ਤਾਂ ਹੁਕਮ ਚਲਾ ਲਏ ਤਾਂ ਕਦੇ ਕਿਸੇ ਦੇ ਮਾਰਿਆ ਸੋਟਾ, ਡਾਂਗ ਮਾਰੀ, ਗਾਲਾਂ ਕੱਢਤੀਆਂ, ਨਿੰਦਿਆ ਕਰਤੀ, ਕਿਸੇ ਨੂੰ ਉਜਾੜਤਾ, ਕਿਸੇ ਦਾ ਖੋਹ ਲਿਆ ਕੁਛ, ਹੋਏ ਹੋਏ ਹੋਏ। ਇੱਥੇ ਹੁਕਮ ਕੀਏ ਮਨ ਭਾਵ ਦੇ, ਰਾਹੇ ਭੀੜੈ ਅੱਗੇ ਜਾਵਣਾ।
ਜਿਨ੍ਹਾਂ ਕੋਲੇ ਬੈਠ ਕੇ ਖੁੰਡ ਚੌਂਕੜੀਆਂ ਤੇ ਭਕਾਈ ਜਵਾ ਮਾਰਦਾ ਨਾ, ਮੈਂ ਉਹਦਾ ਆਹ ਕਰ ਦੂੰ, ਉਹ ਕਰ ਦੂੰ, ਐਂ ਕਰ ਦੂੰ, ਅੱਗੇ ਰਸਤੇ ਵਿੱਚ ਦੇਖੀ ਤੇਰੇ ਨਾਲ ਕੀ ਹੋਊ। ਮੇਰੇ ਸਤਿਗੁਰੂ ਕਹਿੰਦੇ ਹੁਕਮ ਕੀ ਹੈ? ਇੱਥੇ ਹੁਕਮ ਕੀਤਾ, ਵਧੀਕੀਆਂ ਕੀਤੀਆਂ, ਜੋ ਕੀਤੇ, ਪਰ ਰਾਹੇ ਭੀੜਾ ਅੱਗੇ ਜਾਵਣਾ। ਬਾਲੋਂ ਨਿੱਕੀ ਖੰਨਿਓ ਤਿੱਕੀ, ਬਾਲੋਂ ਨਿੱਕੀ ਏਤ ਮਾਰਗ ਜਾਣਾ। ਬਾਲ ਤੋਂ ਬਰੀਕ, ਖੰਡੇ ਤੋਂ ਤਿੱਖਾ, ਤੇ ਭੀੜਾ ਇੰਨਾ ਰਾਹ ਹੈ, ਅੱਗੇ ਅਵ ਘਟ ਗਲੀਆਂ ਭੀੜੀਆਂ। ਰਾਹੇ ਭੀੜੇ ਅੱਗੇ ਜਾਵਣਾ, ਇੰਨੇ ਦੁੱਖ ਸਹਾਰਨੇ ਪੈਣਗੇ। ਓਏ ਸੱਜਣਾ, ਜਿੱਦੇ ਤੈਨੂੰ ਸੁਰਤ ਆ ਗਈ, ਮੱਤ ਆ ਗਈ, ਤੈਨੂੰ ਉਦੋਂ ਪਤਾ ਲੱਗੂਗਾ। ਨੰਗਾ ਦੋਜਕ ਚਾਲਿਆ, ਤਾਂ ਦਿਸੈ ਖਰਾ ਡਰਾਵਣਾ। ਨੰਗਾ ਨਰਕਾਂ ਨੂੰ ਜਾਏਗਾ ਨਾ ਇੱਥੋਂ, ਇੱਕ ਦੇ ਤਾਂ ਪਰਦਾ ਪਾਇਆ ਹੋਇਆ। ਪਰਦਾ ਕਾਹਦਾ ਪਾਇਆ? ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ। ਹੇ ਪ੍ਰਮਾਤਮਾ, ਮੈਂ ਪਾਪੀ ਹਾਂ, ਜਦੋਂ ਮੈਂ ਇੱਥੋਂ ਜਾਊਂਗਾ, ਪਤਾ ਨਹੀਂ ਕਦੋਂ ਜਾਣਾ, ਮੇਰੇ ਪਾਪੀ ਦੇ ਪਰਦੇ ਢਕੀ। ਜਿਹੜੇ ਸਿਆਣੇ ਲੋਕ ਨੇ ਨਾ ਜੀ, ਉਹ ਰੋਜ਼ ਅਰਦਾਸ ਕਹਿੰਦੇ ਨੇ ਮੇਰੇ ਪਰਦੇ ਢਕੀ। ਤੇ ਮਹਾਰਾਜ ਕਹਿੰਦੇ ਤੇਰੇ ਪਰਦੇ ਨਹੀਂ ਕਿਸੇ ਨੇ ਢਕਣੇ, ਪਰਮਾਤਮਾ ਦੇ ਅੱਗੇ ਸਾਰੇ ਪਰਦੇ ਤੇਰੇ ਨੰਗੇ ਹੋ ਜਾਣਗੇ। ਉੱਥੇ ਸੱਚੇ ਹੀ ਸੱਚ ਨਿਬੜਾ। ਜਿਹੋ ਜਿਹਾ ਜੀਵ ਨੰਗਾ ਕਰਕੇ ਨਰਕਾਂ ਨੂੰ ਭੇਜਿਆ ਜਾਵੇਗਾ, ਭੈ ਆਦਿਕ ਚੰਗਾ ਖਰਾ ਡਰਾਵਣਾ ਹੈ। ਮਹਾਰਾਜ ਕਹਿੰਦੇ ਨਾਮ ਰਜਾਦ ਆਇਆ ਕਲ ਭੀਤਰ, ਬਹੁੜ ਜਾਸੀ ਨਾਂਗਾ। ਇਥੋਂ ਸਾਧ ਸੰਗਤ ਜੋ ਨੰਗਾ ਚਲਿਆ ਜਾਂਦਾ ਹੈ। ਕਰ ਔਗਣ ਪਛੋਤਾਵਣਾ। ਹੁਣ ਜਿਹੜੇ ਜ਼ਿੰਦਗੀ ਦੇ ਵਿੱਚ ਨਾ ਔਗਣ ਕਰਦਾ ਤੇ ਪਾਪ ਕਰਦਾ ਨਾ, ਇਹ ਤੈਨੂੰ ਪਛਤਾਉਣੇ ਪੈਣਗੇ। ਕਰ ਔਗਣ ਪਛੋਤਾਵਣਾ, ਇਹ ਤੈਨੂੰ ਪਛਤਾਉਣਾ ਪਊਗਾ। ਜਿਹੜੇ ਇੱਥੇ ਤਾਂ ਹੁਣ ਤਾਂ ਹੱਸ ਪਾਪ ਕਰਦਾ। ਅਸੀਂ ਕਈ ਵਾਰੀ ਨਾ ਕੀ ਕਰਦੇ ਹਾਂ, ਜਿੱਥੇ 4 ਬੰਦੇ ਇਕੱਠੇ ਹੋ ਜਾਂਦੇ ਆ ਨਾ, ਇੱਕ ਬੰਦੇ ਨੂੰ ਚੁਣ ਲੈਂਦੇ ਆ ਉੱਥੇ, ਫਿਰ ਉਹਦੀ ਐਨ ਖੱਲ ਲਾ ਕੇ ਛੱਡਦੇ ਆ। ਵਿਗਾੜ ਕੁਛ ਨਹੀਂ ਸਕਦੇ। ਮੇਰੇ ਕਰਮ, ਮੈਂ ਤੁਹਾਡੇ ਕਰਮ ਕਿਵੇਂ ਵਿਗਾੜ ਦੂੰਗਾ? ਮੈਂ ਤੁਹਾਡਾ ਰਿਜ਼ਕ ਕਿਵੇਂ ਖੋਲੂੰਗਾ? ਮੈਂ ਤੁਹਾਡੀ ਚੜ੍ਹਦੀ ਕਲਾ ਨੂੰ ਕਿਵੇਂ? ਕੁਛ ਨਹੀਂ ਕਰ ਸਕਦਾ। ਲੇਕਿਨ ਆਪਣੇ ਸਿਰ ਅਣਹੋਂਦ ਦਾ ਭਾਰ ਉਠਾਏ ਨਿੰਦਕ, ਪੰਡਾ ਸਿਰ ਤੇ ਭਾਰ ਦੀਆਂ ਬੰਨ ਲੈਣਾ। ਮਾੜੇ ਕਰਮ ਇਕੱਠੇ ਕਰਕੇ ਜਿੱਦੇ ਜਾਏਗਾ, ਤੇ ਫਿਰ ਨਾਲੇ ਦੇਖੋ ਜੀ, ਕਈ ਨਾ ਕਰਮ ਇਹੋ ਜਿਹੇ ਬੀਜਦਾ ਬੰਦਾ, ਜਿਹੜੇ ਉਹਨੂੰ ਇੱਥੇ ਭੁਗਤਣੇ ਪੈਂਦੇ ਆ। ਬੰਦਾ ਮਾਨਸਿਕ ਤੌਰ ਤੇ ਨਾ ਪਰੇਸ਼ਾਨ ਬਹੁਤ ਹੈ, ਲੇਕਿਨ ਦੱਸਦਾ ਨਹੀਂ ਹੈ। ਸੋ ਇਸ ਕਰਕੇ ਕਰ ਔਗਣ ਪਛੋਤਾਵਣਾ, ਇਹ ਔਗਣਾਂ ਤੋਂ ਗੁਰੇਜ਼ ਕਰਿਆ ਕਰ ਸਤਸੰਗ ਦੇ ਵਿੱਚ ਆ ਕੇ। ਜੇ ਤੂੰ ਨਾਮ ਵੀ ਜਪੀ ਜਾਵੇ ਤੇ ਸਾਰੇ ਮਾੜੇ ਕੰਮ ਵੀ ਕਰੀ ਜਾਵੇ, ਬੁਰਾਈਆਂ ਵੀ ਕਰੀ ਜਾਵੇ, ਅੰਦਰੋਂ ਚੁਗਲੀ ਨਿੰਦਿਆ ਵੀ, ਵੈਰ ਵਿਰੋਧ ਵੀ, ਅੰਦਰਲੀ ਮਾੜੀ ਭਾਵਨਾ ਵੀ ਰੱਖੀ ਜਾਵੇ, ਰੱਬ ਨੇ ਤੈਨੂੰ ਮੁਆਫ ਨਹੀਂ ਕਰਨਾ। ਉਹ ਸੱਜਣਾ, ਅੱਜ ਜਿਹੜਾ ਦਿਨ ਹੈ, ਅੱਜ 8 ਪੋਹ ਹੈ। ਅੱਜ ਦੀ ਜਿਹੜੀ ਰਾਤ ਹੈ ਨਾ, ਅੱਜ ਦੀ ਰਾਤ ਕੱਲ ਦਾ ਦਿਨ ਸੀ। ਕੱਲ ਗੁਰੂ ਕਲਗੀਧਰ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਕਿਰਪਾ ਦੇ ਖਜ਼ਾਨੇ, ਕਿਰਪਾਲੂ ਦਾਤੇ, ਸਾਧ ਸੰਗਤ ਜੀਓ, ਔਰ ਮੇਰੇ ਮਾਲਕ ਨੇ ਰਹਿਮਤ ਕੀਤੀ, ਕਿਰਪਾ ਕੀਤੀ। ਇੱਥੋਂ ਜਦੋਂ ਸਰਸਾ ਨਦੀ ਨੂੰ ਪਾਰ ਕੀਤਾ ਗੁਰੂ ਗੋਬਿੰਦ ਸਿੰਘ ਨੇ, ਅੱਜ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਭਾਈ। ਮੇਰੇ ਪਾਤਸ਼ਾਹ ਨੇ ਜਦੋਂ ਉੱਥੇ ਸਾਧ ਸੰਗਤ ਜੀਓ ਕੋਟਲਾ ਨਿਹੰਗ ਖਾਨ ਦੇ ਘਰੋਂ ਚੱਲੇ, ਅੱਗੇ ਪਿੰਡ ਆਇਆ ਸਾਧ ਸੰਗਤ ਜੀਓ, ਇੱਕ ਬ੍ਰਾਹਮਣ ਮਾਜਰਾ, ਬ੍ਰਾਹਮਣ ਮਾਜਰੇ ਤੋਂ ਸਤਿਗੁਰੂ ਪਾਤਸ਼ਾਹ ਲਖਮੀਪੁਰ ਨੂੰ ਹੁੰਦੇ ਹੋਏ ਬੂਰ ਮਾਜਰੇ ਆ ਗਏ। ਬੂਰ ਮਾਜਰੇ ਆ ਗਏ ਤੇ ਗੁਰੂ ਸਾਹਿਬ ਥੱਕੇ ਟੁੱਟੇ, ਫੌਜਾਂ ਸਿਪਾਹੀ ਵੀ ਨਾਲ ਨੇ। ਇੱਥੋਂ ਜਦੋਂ ਬਚ ਕੇ ਨਿਕਲੇ, 45 ਕੁ ਸਿੰਘ ਉਦੋਂ ਨਾਲ ਨੇ ਗੁਰੂ ਗੋਬਿੰਦ ਸਿੰਘ ਦੇ, 45 ਸਿੰਘ। ਬੂਰ ਮਾਜਰੇ ਇੱਕ ਖੂਹ ਸੀਗਾ, ਉਹ ਖੂਹ ਤੇ ਕੋਈ ਸਵੇਰੇ ਸਵੇਰੇ ਬਲਦਾਂ ਦੇ ਨਾਲ ਪਾਣੀ ਕੱਢ ਰਿਹਾ ਸੀ ਆਪਣੀ ਫਸਲ ਵਾਸਤੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਿੱਖਾਂ ਸਮੇਤ ਉੱਥੇ ਹੱਥ ਮੂੰਹ ਧੋਤੇ, ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਤੇ ਪਿੱਛੇ ਫੌਜ ਆਉਂਦੀ ਹੈ, ਮਹਾਰਾਜ ਇੱਧਰ ਨੂੰ ਆ ਰਹੇ ਹੈ, ਇੱਧਰ ਸਾਧ ਸੰਗਿਓ ਦੱਖਣ ਵੱਲ ਨੂੰ। ਤੇ ਜਦੋਂ ਇੱਥੇ ਪਾਣੀ ਪੀ ਲਿਆ ਸਤਿਗੁਰਾਂ ਨੇ ਉਂਜਲ ਦੇ ਨਾਲ ਭਰ ਕੇ ਉਹ ਖੂਹ ਤੋਂ, ਇਹ ਪਿੰਡ ਦਾ ਨਾਮ ਹੈ ਬੂਰ ਮਾਜਰਾ। ਇਹ ਬੂਰ ਮਾਜਰਾ, ਇੱਥੋਂ ਸਤਿਗੁਰੂ ਪਾਤਸ਼ਾਹ ਸਾਧ ਸੰਗਤ ਜੀਓ ਜਦੋਂ ਅੱਗੇ ਨੂੰ ਥੋੜਾ ਜਿਹਾ ਤੁਰਦੇ ਆ ਨਾ, ਇੱਕ ਸਿਪਾਹੀ ਆਇਆ ਫੌਜ ਦਾ, ਮੁਗਲਾਂ ਦੀ ਫੌਜ ਦਾ ਸਿਪਾਹੀ। ਸਾਰੇ ਨਹੀਂ ਮਾੜੇ ਹੁੰਦੇ, ਗੁਰੂ ਘਰ ਦੇ ਸਾਰੇ ਵਿਰੋਧੀ ਨਹੀਂ ਸੀ, ਕੁਝ ਚੰਗੇ ਲੋਕ ਵੀ ਸੀਗੇ।
ਉਹਨੇ ਆਪਣੀ ਜਾਨ ਤਲੀ ਤੇ ਧਰ ਕੇ ਗੁਰੂ ਘਰ ਦੇ ਪਿੱਛੇ ਤੇ ਕੀ ਕੀਤਾ ਉਹਨੇ ਸਾਧ ਸੰਗਤ ਜੀਓ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਦੱਸਿਆ। ਕਹਿਣ ਲੱਗਾ, ਗੁਰੂ ਸਾਹਿਬ ਕਿਰਪਾ ਕਰੋ, ਬਖਸ਼ਿਸ਼ ਕਰੋ, ਮਿਹਰ ਕਰੋ ਮੇਰੇ ਤੇ। ਖਵਾਜਾ ਮਰਦੂਦ ਦਿੱਲੀ ਤੋਂ 10 ਲੱਖ ਫੌਜ ਦਾ ਕਾਫਲਾ ਲੈ ਕੇ ਆ ਰਿਹਾ, ਇਹ ਇਧਰ ਨੂੰ ਨਾ ਜਾਇਓ, ਦਿੱਲੀ ਵੱਲ ਨੂੰ। ਦਿੱਲੀ ਉੱਥੋਂ ਦੱਖਣ ਵੱਲ ਨੂੰ ਹੀ ਸੀ ਨਾ ਤਰਫ, ਇਧਰ ਨੂੰ ਨਾ ਜਾਇਓ, ਤੁਸੀਂ ਕੋਈ ਆਪਣਾ ਟਿਕਾਣਾ ਮੱਲ ਕੇ ਪਾਸਾ ਵੱਟ ਲਓ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉੱਥੋਂ ਸਾਧ ਸੰਗਤ ਜੀਓ ਲਖਮੀਪੁਰ ਤੋਂ ਹੁੰਦੇ ਹੋਏ, ਤਾਲਾਪੁਰ ਹੁੰਦੇ ਹੋਏ ਸਤਿਗੁਰੂ ਪਾਤਸ਼ਾਹ ਅੱਗੇ, ਹੌਲੀ ਪੜ੍ਹ ਲੈ ਬੇਟਾ, ਸਾਰੀ ਸੰਗਤ ਇੱਕ ਵਾਰੀ ਗੱਜ ਕੇ ਆਖੋ ਸਤਨਾਮ, ਫੇਰ ਕਹਿ ਦਿਓ ਸਤਨਾਮ ਸ਼੍ਰੀ। ਕਿਉਂਕਿ ਜਦੋਂ ਕੋਈ ਕਥਾ ਚੱਲਦੀ ਹੋਵੇ ਨਾ, ਆਪਾਂ ਬਾਣੀ ਪੜ੍ਹਨੀ ਹੈ ਤੇ ਇਕਾਗਰ ਬਹਿ ਕੇ ਪੜੋ, ਦੋ ਕੰਮ ਨਹੀਂ ਹੁੰਦੇ, ਨਾਲੇ ਕਥਾ ਵੀ ਸੁਣੀ ਜਾਓ ਤੇ ਬਾਣੀ ਵੀ ਪੜ੍ਹੀ ਜਾਓ। ਤੇ ਸਾਧ ਸੰਗਤ ਜੀ ਇੱਕ ਕੰਮ ਕਰ ਲਓ, ਜਾਂ ਨਿਤਨੇਮ ਕਰ ਲਓ ਤੇ ਜਾਂ ਆਪਾਂ ਕਥਾ ਸੁਣ ਲਓ। ਫੇਰ ਕਹਿ ਦਿਓ ਸਤਨਾਮ ਸ਼੍ਰੀ। ਮੈਂ ਗੱਲ ਕਰ ਰਿਹਾ ਸੀ ਬਈ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉੱਥੋਂ ਅੱਗੇ ਨੂੰ ਤੁਰੇ ਨੇ। ਅੱਗੇ ਨੂੰ ਤੁਰਦਿਆਂ ਜਾਂਦਿਆਂ ਇੱਕ ਬਾਗ ਨਜ਼ਰੀ ਆਇਆ। ਇੱਥੇ ਗੁਰੂ ਸਾਹਿਬ ਕੁਰੂਕਸ਼ੇਤਰ ਤੋਂ ਆਉਂਦੇ ਹੋਏ ਮੁੜਦੇ ਇੱਕ ਵਾਰੀ ਪਹਿਲਾਂ ਵੀ ਆਏ ਸੀ। ਉਹ ਬਾਗ ਦੇ ਵਿੱਚ ਮੇਰੇ ਸਤਿਗੁਰੂ ਪਾਤਸ਼ਾਹ, ਜਿਹੜੀ ਕੱਲ ਦੀ ਰਾਤ ਸੀ, ਕੱਲ ਦੀ ਸ਼ਾਮ ਸੀ, ਕੱਲ ਦੀ ਸ਼ਾਮ ਤੇ ਅੱਜ ਦੀ ਰਾਤ ਆ ਜਿਹੜੀ ਬੀਤੀ ਹੈ, ਆ ਗਏ। ਆ ਕੇ ਸਤਿਗੁਰੂ ਪਾਤਸ਼ਾਹ ਨੇ ਇੱਕਦਮ ਨਾ ਇੱਕ ਦਰਖਤ ਦੇ ਨਾਲ ਢੂਹ ਲਾ ਲਈ। ਢੂਹ ਲਾ ਕੇ ਸਿੱਧੇ ਚਰਨ ਕਰਕੇ ਬੈਠ ਗਏ। ਬੈਠ ਕੇ ਸਿੱਖਾਂ ਦੇ ਨਾਲ ਸਾਧ ਸੰਗਤ ਜੀਓ ਔਰ ਕੋਈ ਨਾ ਕੋਈ ਵਾਰਤਾਲਾਪ ਕਰਦੇ ਨੇ। ਵਾਰਤਾਲਾਪ ਆਉਂਦਿਆਂ ਵੀ ਛੇੜਛਾੜ ਮੁਗਲਾਂ ਨੇ ਕੀਤੀ। ਜਦ ਨੂੰ ਜਾਫਰ ਅਲੀ ਖਾਨ ਜਿਹੜਾ ਸੀ ਨਾ, ਜਾਫਰ ਅਲੀ ਖਾਨ ਰੋਪੜ ਦਾ ਨਵਾਬ, ਉਹਨੂੰ CID ਹੋਈ, ਉਹ ਇੱਧਰ ਨੂੰ ਚੱਲ ਪਿਆ। ਮਹਾਰਾਜ ਕਹਿੰਦੇ ਹੁਣ ਆਪਣੇ ਕੋਲ ਸਮਾਂ ਨਹੀਂ, ਆਪਾਂ ਕੋਈ ਟਿਕਾਣਾ ਕਰੀਏ। ਦੇਖਿਆ ਆਲੇ ਦੁਆਲੇ ਇੱਕ ਰਾਜਪੂਤ ਹੈ, ਖੇਤੀਬਾੜੀ ਕਰਦਾ, ਉਹਦਾ ਕਾਰੋਬਾਰ ਬਹੁਤ ਤਕੜਾ। ਦੇਖੋ ਗੁਰੂ ਕਿਉਂ ਪਿਆਰਿਓ, ਅਸੀਂ ਸਾਧ ਸੰਗਤ ਜੀਓ ਸਾਥੋਂ ਅਸੀਂ ਸਾਹਿਬਜ਼ਾਦਿਆਂ ਲਈ ਕਿੰਨਾ ਕੁਛ ਕਰਦੇ ਆ। ਅਸੀਂ ਕਦੀ ਚਮਕੌਰ ਦੀ ਧਰਤੀ ਤੇ, ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਇਸ ਦਿਨ ਤੇ ਕਦੇ ਨਤਮਸਤਕ ਹੋਣ ਲਈ ਮਨ ਬਣਾਇਆ, ਕਦੇ ਉਹਨਾਂ ਦੀ ਸੇਵਾ ਲਈ ਮਨ ਬਣਾਇਆ, ਕਦੇ ਉਹਨਾਂ ਦੀ ਯਾਦ ਵਿੱਚ ਹੇਠਾਂ ਪੈਣ ਲਈ ਆਸਣ ਲਾਇਆ, ਕਦੇ ਉਹਨਾਂ ਦੀ ਯਾਦ ਲਈ ਕਥਾ ਕੀਰਤਨੀ ਸੁਣ ਲਈਏ। ਹੋਰ ਨਹੀਂ ਤਾਂ ਲਹੂ ਖੂਨ ਸਾਡੇ ਸੈੱਲ ਚਿੱਟੇ ਹੋ ਗਏ। ਸਾਧ ਸੰਗਤ ਚਿੱਟੇ, ਅੰਦਰੋਂ ਸਿੱਖੀ ਨਿਕਲ ਗਈ। ਇੱਥੇ ਕੋਈ ਗਾਲਾਂ ਕੱਢਣ ਲੱਗ ਜਾਓ, ਕਿਸੇ ਨੂੰ ਚੁਗਲੀ ਨਿੰਦਿਆ ਕਰਨ ਲੱਗ ਜਾਓ, ਕਿਸੇ ਦੀਆਂ ਬੁਰਾਈਆਂ ਕਰਨ ਲੱਗ, ਕਿ ਨਾ ਘੱਟ ਹੋ ਜਾਊਗਾ, ਕਿਵੇਂ ਕਿਸੇ ਦੀ ਬਦਨਾਮੀ ਹੋਵੇ, ਉਹਨੂੰ ਕੰਨ ਲਾ ਲਾ ਕੇ ਕਿਵੇਂ ਸੁਣਦੇ ਆ। ਸਾਹਿਬਜ਼ਾਦੇ ਕੋਈ ਚੇਤੇ ਨਹੀਂ ਹੈ, ਗੁਰੂ ਸਾਹਿਬ ਦਾ ਪਰਿਵਾਰ ਕੋਈ ਚੇਤੇ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਭਾਈ ਉਹ ਹਵੇਲੀ ਸਾਹਮਣੇ ਕਿਹਦੀ ਨਜ਼ਰ ਆਉਂਦੀ ਆ? ਤਾਂ ਸਾਧ ਸੰਗਤ ਜੋ ਸਿੰਘਾਂ ਨੇ ਕਿਹਾ ਕਿ ਮਹਾਰਾਜ ਪਤਾ ਕਰ ਲੈਂਦੇ ਆ। ਪਤਾ ਕਰਨ ਭੇਜੇ ਪਿਆਰੇ ਦਇਆ ਸਿੰਘ ਤੇ ਧਰਮ ਸਿੰਘ, 5 ਪਿਆਰਿਆਂ ਚੋਂ 2 ਗਏ। ਉਹ ਹਵੇਲੀ ਦੇ ਮਾਲਕ ਦਾ ਨਾਮ ਸੀ ਰਾਜਪੂਤ ਬੁੱਧੀ ਚੰਦ। ਬੁੱਧੀ ਚੰਦ ਨੂੰ ਜਦੋਂ ਦੱਸਿਆ ਜਾ ਕੇ ਨਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਏ ਨੇ, ਪਿੱਛੇ ਫੌਜ ਆਉਂਦੀ ਹੈ, ਦੁਸ਼ਮਣ ਦੀ ਮਾਰੋ ਮਾਰ ਕਰਦੀ, ਇਧਰੋਂ ਪਹਾੜੀ ਰਾਜੇ ਨੇ ਤੇ ਕੋਈ ਟਿਕਾਣਾ ਜੰਗ ਯੁੱਧ ਲਈ ਚਾਹੀਦਾ, ਸਾਨੂੰ ਗੜ੍ਹ ਕੋਈ ਕਿਲਾ ਚਾਹੀਦਾ। ਜਦੋਂ ਉਹ ਕਿਹਾ, ਬੁੱਧੀ ਚੰਦ ਕਹਿੰਦਾ ਮੇਰੀ ਕੱਚੀ ਹਵੇਲੀ ਹੈ, ਚਮਕੌਰ ਦੀ ਗੜ੍ਹੀ ਕਹਿੰਦੇ ਨੇ, ਚਮਕੌਰ ਪਿੰਡ ਦਾ ਨਾਂ ਹੈ, ਕੱਚੀ ਹਵੇਲੀ ਹੈ। ਤੇ ਸਾਧ ਸੰਗਤ ਜੀਓ ਚਲੋ ਮੈਂ ਵੀ ਦਰਸ਼ਨ ਕਰ ਲਾਂ ਗੁਰੂ ਗੋਬਿੰਦ ਸਿੰਘ ਦੇ। ਮਹਾਰਾਜ ਹੁਣ ਬੈਠ ਗਏ। ਬੈਠ ਕੇ ਸਿੰਘਾਂ ਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਜਦ ਨੂੰ ਉਹ ਬੁੱਧੀ ਚੰਦ ਪਿਆਰੇ ਦਇਆ ਸਿੰਘ ਹੋਰਾਂ ਦੇ ਨਾਲ ਆ ਗਿਆ ਬਾਗ ਦੇ ਵਿੱਚ। ਉਹ ਬਾਗ ਵੀ ਬੁੱਧੀ ਚੰਦ ਦਾ ਹੀ ਸੀ। ਨਮਸਕਾਰ ਕਰਕੇ ਕਹਿਣ ਲੱਗਾ, ਮਹਾਰਾਜ ਨੂੰ ਨਹੀਂ ਕਹਿਣ ਦਿੱਤਾ, ਦੇਖੋ ਗੁਰੂ ਤੋਂ ਆਪਣਾ ਆਪ ਕੁਰਬਾਨ ਕਰਨ ਵਾਲੇ ਵੀ ਪਏ ਨੇ। ਗੁਰੂ ਤੋਂ ਆਪਣਾ ਆਪ, ਨਾਲੇ ਇਤਿਹਾਸ ਸੁਣਦੇ, ਕਥਾ ਸੁਣਦੇ ਇਹ ਸੋਚਿਆ ਕਰੋ ਕਿ ਮੈਂ ਐਂ ਕਰ ਸਕਦਾ ਆਪਣੇ ਗੁਰੂ ਪਿੱਛੇ।
ਮੈਂ ਆਪਣੇ ਗੁਰੂ ਨੂੰ ਤਨ ਮਨ ਧਨ ਦੇ ਸਕਦਾ, ਕੁਝ ਦੇ ਸਕਦਾ ਆਪਣੇ ਗੁਰੂ ਨੂੰ? ਅੱਜ ਤਾਂ ਜ਼ਮਾਨਾ ਹੀ ਹੋਰ ਹੋ ਗਿਆ ਸਾਧ ਸੰਗਤ। ਅਸੀਂ ਗੁਰੂ ਨੂੰ ਦੇ ਦਾਂਗੇ? ਗੁਰੂ ਸਾਹਿਬ, ਮੈਂ ਲੱਖਾਂ ਜਨਮ ਤੁਹਾਡੇ ਪਰਿਵਾਰ ਉੱਪਰ ਦੀ ਵਾਰ ਦੂੰ ਮੇਰੇ ਦਾਤਾ, ਪਰ ਮੇਰੇ ਘਰ ਵਿੱਚ ਚਰਨ ਪਾਓ, ਆਓ ਰਹੋ। ਮਹਾਰਾਜ ਕਹਿੰਦੇ ਤੈਨੂੰ ਤਕਲੀਫ ਆਊਗੀ, ਆ ਜਾਣ ਦੇ ਮਹਾਰਾਜ, ਪਰਿਵਾਰ ਮਰ ਜੂਗਾ, ਘਲਾੜੀ ਵਿੱਚ ਦੀ ਪੀੜ ਦੇਣਗੇ, ਕੋਲੂ ਵਿੱਚ ਦੀ ਪੀੜ ਦੇਣਗੇ। ਮੈਨੂੰ ਦੁਨੀਆ ਯਾਦ ਰੱਖੂ, ਜਦ ਤੱਕ ਤੇਰਾ ਇਤਿਹਾਸ ਰਹੂ ਮੈਨੂੰ ਵੀ ਲੋਕ ਯਾਦ ਰੱਖਣਗੇ। ਮੇਰੇ ਮਾਲਕਾ, ਮੇਰੇ ਤੇ ਕਿਰਪਾ ਕਰੋ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਿਨ ਦੇ ਛਪਾਜੇ ਦੇ ਨਾਲ ਉਹ ਬੁੱਧੀ ਚੰਦ ਦੀ ਹਵੇਲੀ ਦੇ ਵਿੱਚ ਆ ਗਏ, ਕੱਚੀ ਗੜੀ ਦੇ। ਉਹਦੇ ਇੱਕ ਤਾਂ ਗਰਾਊਂਡ ਫਲੋਰ ਹੈ, ਜਾਣੀ ਕਿ ਹੇਠਲਾ ਜਿਹੜਾ ਧਰਤੀ ਦੇ ਉੱਤੇ ਤਲ ਹੈ ਉਹ ਹਿੱਸਾ ਹੈ, ਇੱਕ ਵਿਚਕਾਰਲੀ ਛੱਤ ਹੈ, ਇੱਕ ਉੱਪਰ ਮਮਟੀ ਹੈ, ਪੌੜੀਆਂ ਚੜ੍ਹਦੀਆਂ ਨੇ ਗੇੜੇ ਦੇ ਨਾਲ। ਥੋੜੀ ਥੋੜੀ ਹਵਾ ਚੱਲਦੀ ਹੈ, ਕਿਤੇ ਥੋੜਾ ਜਿਹਾ ਸੂਰਜ ਨਿਕਲਦਾ, ਦਿਨ ਛਪਾ ਹੋਣ ਵਾਲਾ ਹੈ। ਸ਼ਾਮ ਨੂੰ ਪੋਹ ਦੇ ਮਹੀਨੇ ਦੇ ਵਿੱਚ ਤਿੱਖੀ ਜੀ ਧੁੱਪ ਨਿਕਲਦੀ ਹੁੰਦੀ ਹੈ, ਹੁੰਦੀ ਠੰਡ ਹੈ ਉਦੋਂ ਪੂਰੀ। ਉਹ ਧੁੱਪ ਦੇ ਕੰਨ ਤੇ ਹਵਾ ਚੱਲਦੀ ਹੈ। ਕਲਗੀਧਰ ਪਾਤਸ਼ਾਹ ਨੇ ਉਹ ਗੜੀ ਦੇ ਵਿੱਚ ਆ ਕੇ ਗੇੜਾ ਦਿੱਤਾ। ਤੁਸੀਂ ਕਦੇ ਚਮਕੌਰ ਸਾਹਿਬ ਗਏ ਹੋ? ਜਦੋਂ ਗੇੜਾ ਦਿੱਤਾ ਨਾ ਦਸਮ ਪਾਤਸ਼ਾਹ ਨੇ ਆ ਕੇ ਉਹ ਚਮਕੌਰ ਦੀ ਗੜੀ ਦੇ ਵਿੱਚ, ਮਹਾਰਾਜ ਨੇ ਖੰਜਰ ਮਾਰਿਆ, ਮਿੱਟੀ ਪੁੱਟੀ, ਉਹ ਕੱਚੀ ਮਿੱਟੀ ਨੂੰ ਭੋਰ ਕੇ ਨਾ ਇਉਂ ਉਡਾਇਆ ਤੇ ਹਵਾ ਦੇ ਵਿੱਚ ਉੱਡਦੇ ਨੇ, ਉਹਦੇ ਕਣ ਹਵਾ ਚ ਉੱਡਦੇ ਨੇ। ਗੁਰੂ ਗੋਬਿੰਦ ਸਿੰਘ ਨੂੰ ਕਹਿਣ ਲੱਗੇ ਸਿੱਖ, ਕਹਿੰਦੇ ਮਹਾਰਾਜ ਤੁਸੀਂ ਕਦੇ ਇੰਨਾ ਆਨੰਦਪੁਰ ਨੂੰ ਪਿਆਰ ਪ੍ਰੇਮ ਨਹੀਂ ਕੀਤਾ, ਕਿੱਡੇ ਕਿੱਡੇ ਮਹਿਲ ਛੱਡ ਕੇ ਆਏ ਹੋ, ਅੱਜ ਇਹ ਕੱਚੀ ਗੜੀ ਨੂੰ ਇੰਨਾ ਪ੍ਰੇਮ ਕਿਉਂ ਕਰਦੇ ਹੋ? ਮੇਰੇ ਕਲਗੀਧਰ ਪਾਤਸ਼ਾਹ ਕਹਿੰਦੇ ਸਿੱਖੀ ਜਿਹੜੀ ਸੀ ਪਟਨਾ ਸਾਹਿਬ ਦੇ ਪੰਘੂੜਿਆਂ ਵਿੱਚ ਖੇਡੀ ਸੀ, ਆਨੰਦਪੁਰ ਦੇ ਸਕੂਲਾਂ ਵਿੱਚ ਪੜ੍ਹੀ ਸੀ। ਅੱਜ ਉਸ ਸਿੱਖੀ ਦਾ ਇਮਤਿਹਾਨ ਹੈ। ਇੱਕ ਤਾਂ ਇਹ ਕਰਕੇ, ਇੱਕ ਕੱਚੀ ਗੜੀ ਨੂੰ ਤਾਂ ਕਹਿੰਦੇ ਆ ਕਿ ਕੱਚੀ ਇਹ ਗੜੀਏ, ਅੱਜ ਤੱਕ ਤੂੰ ਕੱਚੀ ਸੀ, ਅੱਜ ਤੇਰੇ ਵਿੱਚ ਪੱਕੇ ਆ ਗਏ। ਤੇ ਸਾਧ ਸੰਗਜੋ ਤੇਰੇ ਇੱਕ ਇੱਕ ਜਰਰੇ ਨੂੰ, ਕਣਾ ਨੂੰ ਲੋਕੀ ਪੂਜਿਆ ਕਰਨਗੇ ਤੈਨੂੰ। ਸਾਧ ਸੰਗ ਗੁਰੂ ਗੋਬਿੰਦ ਸਿੰਘ ਕਹਿੰਦੇ ਵਾਹ, ਦਿਨ ਦਾ ਛਪਾ ਹੋ ਗਿਆ। ਗੁਰੂ ਸਾਹਿਬ ਨੇ ਪਹਿਰੇ ਲਾਤੇ, ਸਿੰਘਾਂ ਦੇ ਪਹਿਰੇ ਲਾ ਕੇ ਮੇਨ ਦਰਵਾਜ਼ੇ ਤੇ ਭਾਈ ਮਦਨ ਸਿੰਘ, ਭਾਈ ਕੋਠਾ ਸਿੰਘ, ਇਹ ਦੋਨੋਂ ਗਰੀਬ ਪਰਿਵਾਰਾਂ ਵਿੱਚੋਂ ਸੀ, ਮਜਵੀ ਸਿੰਘ ਬਰਾਦਰੀ ਦੇ। ਤੇ ਸਾਧ ਸੰਗਤ ਜੀ ਇਹ ਪੂਰੇ ਪਹਿਰੇ ਤੇ ਨੇ, 5 ਸਿੰਘ ਨੇ ਇਹਨਾਂ ਦੇ ਨਾਲ, ਬਾਕੀ ਖੜਾਤੇ ਆਲੇ ਦੁਆਲੇ। ਗੁਰੂ ਸਾਹਿਬ ਉੱਪਰ ਮਮਟੀ ਤੇ ਨੇ, ਦੋਨੋਂ ਸਾਹਿਬਜ਼ਾਦੇ ਤੇ 5 ਪਿਆਰੇ ਵਿਚਕਾਰਲੀ ਛੱਤ ਤੇ ਨੇ। ਪੂਰਾ ਘੇਰਾ ਪੂਰੇ ਸਿਸਟਮ ਨਾਲ ਬਣਾ ਲਿਆ ਜੰਗ ਲੜਨ ਦਾ, ਕਿਉਂਕਿ ਗੁਰੂ ਗੋਬਿੰਦ ਸਿੰਘ ਜਰਨੈਲ ਸੀਗੇ ਜਿਹਨੂੰ ਵੱਡੇ ਵੱਡੇ ਪੈਂਦੇ ਖਾਨ ਜਰਨੈਲ ਵਰਗੇ ਮੰਨਦੇ ਸੀ। ਸਾਧ ਸੰਗਤ ਹਰੀ ਚੰਦ ਹੰਡੂਰੀਏ ਵਰਗੇ ਮੰਨਦੇ ਸੀਗੇ ਕਿ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਸੂਰਮਾ ਨਹੀਂ ਹੈ ਐਡਾ ਵੱਡਾ। ਤੇ ਸ਼ਾਮ ਨੂੰ ਜਦੋਂ ਰਹਿਰਾਸ ਸਾਹਿਬ ਦਾ ਟਾਈਮ ਹੋਇਆ, ਸਿੱਖਾਂ ਨੇ ਪਾਟੇ ਪੂਟੇ ਕੱਪੜਿਆਂ ਦਾ ਆਸਣ ਲਾਤਾ, ਪੱਥਰ ਜੇ ਚਿਣ ਕੇ ਚਮਕੌਰ ਦੀ ਗੜੀ ਵਿੱਚ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਿਤਨੇਮ ਇੱਕ ਸਿੱਖ ਕਰਦਾ, ਆਪ ਸਾਰੇ ਬਹਿ ਕੇ ਸੁਣਦੇ। ਜਦ ਨੂੰ ਕਸ਼ਮੀਰ ਦਾ ਸੂਬਾ ਜ਼ਬਰਦਸਤ ਖਾਨ ਆ ਗਿਆ ਤੇ ਲਾਹੌਰ ਦਾ ਸੂਬਾ ਆ ਗਿਆ ਤੇ ਸਰਹੰਦ ਦਾ ਸੂਬਾ ਆ ਗਿਆ, ਵਜੀਦ ਖਾਨ, 22 ਧਾਰਾਂ ਦੇ ਰਾਜੇ ਆ ਗਏ। ਸਾਧ ਸੰਗਜੋ ਭੀਮ ਚੰਦ ਤੇ ਬਿੰਜੜ ਵਾਲੀਏ, ਕਟੋਚੀਏ ਤੇ ਸਤਿਗੁਰੂ ਮਹਾਰਾਜ ਉਹ ਗੜੀ ਦੇ ਵਿੱਚ ਨੇ। ਇਧਰੋਂ 10 ਲੱਖ ਫੌਜ, ਮਹਿਮੂਦ ਅਲੀ ਖਵਾਜਾ, ਜਿਹਨੂੰ ਖਵਾਜਾ ਮਰਦੂਦ ਕਹਿੰਦੇ ਨੇ, ਇਹ ਦਿੱਲੀ ਤੋਂ ਔਰੰਗਜ਼ੇਬ ਦਾ ਭੇਜਿਆ ਆ ਗਿਆ। ਹੁਣ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਕਹਿੰਦੇ ਨੇ 10 ਲੱਖ ਫੌਜ ਦਾ ਘੇਰਾ ਹੋ ਗਿਆ, 10 ਲੱਖ ਦਾ। ਇੱਕ ਪਾਸੇ 40 ਸਿੰਘ ਨੇ। ਸ਼ਾਮ ਨੂੰ ਨਿਤਨੇਮ ਕੀਤਾ, ਅਰਦਾਸ ਕੀਤੀ। ਅਰਦਾਸ ਤੋਂ ਬਾਅਦ ਆਪਣੇ ਆਪਣੇ ਮੋਰਚਿਆਂ ਵਿੱਚ ਸਿੰਘ ਬਹਿ ਗਏ। ਥੱਕੇ ਨੇ, ਟੁੱਟੇ ਨੇ, ਸ਼ਸਤਰ ਵੀ ਖੂੰਡੇ ਹੋਏ ਨੇ, ਕਈਆਂ ਦੇ ਪੈਰਾਂ ਵਿੱਚ ਵੀ ਜੁੱਤੀਆਂ ਨਹੀਂ, ਜ਼ਖਮੀ ਹੋਏ ਨੇ ਪੈਰ ਹੱਥ। ਤੇ ਗੜੀ ਦੇ ਨੇੜੇ ਨੇੜੇ ਘੇਰਾ ਘੱਤ ਲਿਆ। ਅੱਜ ਚਮਕੌਰ ਦੀ ਗੜੀ ਦਾ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ। ਗੁਰੂ ਪਿਆਰਿਓ 8 ਪੋਹ 1761 ਬਿਕਰਮੀ 1704 ਈਸਵੀ 22 ਦਸੰਬਰ ਅੱਜ ਦਾ ਦਿਨ। ਸਾਧ ਸੰਗਤ ਵੱਡੇ ਸਾਹਿਬਜ਼ਾਦਿਆਂ ਦਾ
ਵਾਹ ਮੇਰੇ ਮਾਲਕਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਤੂੰ ਕਿਰਪਾਲੂ ਦਾਤਾ ਹੈ, ਤੈਨੂੰ ਨਮਸਕਾਰ ਹੈ। ਤੇ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਦੀ ਕਦੀ ਗੇੜਾ ਦਿੰਦੇ ਨੇ ਗੁਰੂ ਸਾਹਿਬ ਨੂੰ ਆ ਕੇ, ਭਾਈ ਜੀਵਨ ਸਿੰਘ ਰੰਗਰੇਟਾ ਗੁਰੂ ਕਾ ਬੇਟਾ, ਤੇ ਇਹ ਕਹਿਣ ਲੱਗਿਆ ਕਿ ਮਹਾਰਾਜ ਤੁਸੀਂ ਆਰਾਮ ਕਰ ਲਓ। ਕਹਿੰਦੇ ਨਹੀਂ, ਤੁਸੀਂ ਪੈ ਆ। ਜਿਹੜੀ ਅੱਜ ਰਾਤ ਲੰਘੀ ਆ, ਇਸ ਰਾਤ ਨੂੰ ਜਦੋਂ ਸਾਧ ਸੰਗਤ ਜੀਓ ਸਾਰੇ ਜਿਹੜੇ ਸਿੰਘ ਸੀ ਨਾ, ਇਹ ਸਿੰਘ ਸੌਂ ਗਏ ਤੇ ਪੂਰੀ ਨੀਂਦ ਆਈ ਹੋਈ ਹੈ ਗੂੜੀ। ਅੱਧੀ ਕੁ ਰਾਤ ਦਾ ਸਮਾਂ ਹੋਇਆ, ਦੁਸ਼ਮਣ ਨੇੜੇ ਘੇਰੇ ਨੂੰ ਨੇੜੇ ਕਰਦਾ ਆਉਂਦਾ, ਤੰਗ ਕਰਦਾ ਆਉਂਦਾ। ਹੁਣ 10 ਲੱਖ ਬੰਦੇ ਦਾ ਘੇਰਾ ਹੈ, ਇੱਕ ਪਾਸੇ 40 ਸਿੰਘ ਨੇ। ਦੁਨੀਆ ਦਾ ਅਨੋਖਾ ਜੰਗ, ਵਿਸ਼ਵ ਦੀ ਇਹ ਇੱਕੋ ਹੀ ਜੰਗ ਹੋਈ ਹੈ ਚਮਕੌਰ ਦੀ, ਜਿੱਥੇ ਸਾਧ ਸੰਗਤ ਜੀਓ 10 ਲੱਖ ਬੰਦਾ 40 ਸਿੰਘਾਂ ਨੂੰ ਮਾਰਨ ਵਾਸਤੇ ਇਕੱਠਾ ਹੋਇਆ ਹੋਵੇ। 10 ਲੱਖ ਬੰਦਾ, ਇਹ ਅਨੋਖਾ ਜੰਗ ਹੈ ਵਿਸ਼ਵ ਦਾ, ਦੁਨੀਆ ਦਾ। ਤਾਂ ਸਾਧ ਸੰਗਤ ਜੀਓ ਗੁਰੂ ਗੋਬਿੰਦ ਸਿੰਘ ਨੇ, ਬਿਜਲੀ ਲਸ਼ਕਦੀ ਹੈ, ਬਿਜਲੀ ਲਸ਼ਕਦੀ ਦੇ ਵਿੱਚ ਕਦੀ ਕਦੀ ਜ਼ਾਲਮ ਹਮਲੇ ਕਰਦੇ ਨੇ ਸਾਧ ਸੰਗਤ। ਉਦੋਂ ਹਮਲੇ ਕਰਦੇ ਨੇੜੇ ਹੋ ਜਾਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਸੁਣਨ ਵਾਲੀ ਗੱਲ ਹੈ, ਧਿਆਨ ਨਾਲ ਸੁਣਨਾ। ਸਿੰਘ ਨਾ ਥੱਕੇ ਟੁੱਟੇ ਸੌਂ ਗਏ, ਕਿਉਂਕਿ ਨੀਂਦ ਹੈ ਨਾ, ਜਿਹੜੀ ਨੀਂਦ ਆ ਜਾਂਦੀ ਹੈ, ਸੂਲੀ ਤੇ ਵੀ ਆ ਜਾਂਦੀ ਹੈ। ਭੁੱਖਿਆਂ ਨੂੰ ਨੀਂਦ ਆ ਗਈ, ਨੀਂਦ ਆਈ ਤੇ ਬਿਜਲੀ ਲਸ਼ਕਦੀ ਹੈ। ਲਸ਼ਕਦੀ ਜਦੋਂ ਚਾਨਣ ਵਿੱਚ ਵੇਖਦੇ ਆ ਮੇਰੇ ਪ੍ਰੀਤਮ, ਤਾਂ ਜਿਹੜੇ ਸਿੰਘ ਨੇ ਨਾ, ਸਿੰਘ ਉਹਨਾਂ ਦੇ ਹੱਥਾਂ ਵਿੱਚ ਤਲਵਾਰਾਂ ਲਈਆਂ ਹੋਈਆਂ, ਸੁੱਤੇ ਪਏ। ਨੀਂਦ ਆਈ, ਮਹਾਰਾਜ ਪਿਆਰ ਵਿੱਚ ਆ ਕੇ ਉਹਨਾਂ ਦੇ ਪੈਰਾਂ ਨੂੰ ਘੁੱਟਣ ਲੱਗ ਜਾਂਦੇ ਆ। ਦੇਖੋ ਗੁਰੂ ਦਾ ਤੇ ਸਿੱਖ ਦਾ, ਜੋ ਦੀਸੈ ਗੁਰ ਸਿੱਖੜਾ ਤਿਵ ਨਿਵ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀਗਤ ਪਾਹੇ। ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪਾਵਰਾ ਨਾਮ ਜਪਾਵਾ। ਅਸੀਂ ਕਿੰਨੀ ਨਫ਼ਰਤ ਕਰਦੇ ਹਾਂ ਇੱਕ ਦੂਜੇ ਤੋਂ, ਮੇਰਾ ਗੁਰੂ ਕਿਹੋ ਜਿਹਾ। ਤੇ ਕਦੀ ਕਦੀ ਮੇਰੇ ਸਤਿਗੁਰੂ ਪਾਤਸ਼ਾਹ ਉਹਨਾਂ ਦੇ ਹੱਥਾਂ ਵਿੱਚੋਂ ਮੁੱਠੇ ਤਲਵਾਰ ਦੇ ਛਡਾ ਕੇ ਨਾ, ਦੋਨੋਂ ਹੱਥ ਫੜ ਕੇ ਮੱਥੇ ਨਾਲ ਲਾਉਂਦੇ, ਲਵਾਂ ਨਾਲ ਚੁੰਮਦੇ ਆ। ਮੇਰੇ ਸਤਿਗੁਰੂ ਸੀਨੇ ਨਾਲ ਲਾਉਂਦੇ। ਆਕਾਸ਼ ਦੇ ਫਰਿਸ਼ਤੇ, ਕੁਦਰਤ ਦੇ ਨਿਜਮ ਮੇਰੇ ਕਲਗੀਧਰ ਪਾਤਸ਼ਾਹ ਨੂੰ ਸਾਧ ਸੰਗਤ ਜੀਓ ਪੁੱਛਦੇ ਆ, ਕਲਗੀਆਂ ਵਾਲਿਆ, ਕਦੇ ਅਜੀਤ ਤੇ ਜੁਝਾਰ ਨੂੰ ਗੋਦੀਆਂ ਚੁੱਕ ਕੇ ਖੜਾਇਆ ਨਹੀਂ, ਅੱਜ ਇਹਨਾਂ ਨਾਲ ਇੰਨਾ ਪ੍ਰੇਮ ਕਿਉਂ ਕਰਦਾ ਹੈ? ਅੱਜ ਇਹਨਾਂ ਨਾਲ ਇੰਨਾ ਪ੍ਰੇਮ ਕਿਉਂ ਹੈ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਦੋ ਕਾਰਨ ਨੇ। ਜਵਾਬ ਦਿੱਤੇ ਮੇਰੇ ਪ੍ਰੀਤਮ ਨੇ, ਦੋ ਕਾਰਨ ਨੇ ਇਹਨਾਂ ਨਾਲ ਇਉਂ ਤਾਂ ਪ੍ਰੇਮ ਕਰਦਾ। ਕੀ? ਇਹ ਗੱਲਾਂ ਆਮ ਨਹੀਂ ਸਾਧ ਸੰਗਤ ਜੀਓ ਮਿਲਦੀਆਂ। ਮੇਰਾ ਰਾਤ ਬਠਿੰਡੇ ਦੀਵਾਨ ਸੀ, ਮੈਂ ਰਾਤ 11 ਵਜੇ ਮੈਂ ਆਖਿਆ ਸਵੇਰ ਦੀ ਕਥਾ ਹੈ, ਸੰਗਤ ਆਉਂਦੀ ਹੈ ਸੁਣ ਲਏਗੀ। ਬਹੁਤ ਵੱਡਾ ਭਲਾ ਹੈ ਜਿਹੜੇ ਸੁਣਦੇ ਨੇ ਇਹੋ ਜਿਹੀਆਂ ਕਥਾ। ਸਾਰੀ ਸੰਗਤ ਇੱਕ ਵਾਰੀ ਗੱਜ ਕੇ ਆਖੋ ਸਤਨਾਮ, ਫੇਰ ਕਹਿ ਦਿਓ ਮਨ ਜੋੜ ਕੇ ਸਤਨਾਮ ਸ਼੍ਰੀ। ਮੈਂ ਵਚਨ ਕਰ ਰਿਹਾ ਸੀ ਤੁਹਾਡੇ ਨਾਲ। ਆਕਾਸ਼ ਦੇ ਫਰਿਸ਼ਤੇ, ਕੁਦਰਤ ਦੇ ਨਿਜਮ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ, ਕਦੀ ਆਪਣੇ ਪੁੱਤਾਂ ਨੂੰ ਗੋਦੀ ਚੁੱਕ ਕੇ ਖੜਾਇਆ ਨਹੀਂ, ਇੰਨਾ ਪਿਆਰ ਨਹੀਂ ਦਿੱਤਾ, ਅੱਜ ਸਿੱਖਾਂ ਨੂੰ ਇੰਨਾ ਪਿਆਰ ਪ੍ਰੇਮ ਕਿਉਂ ਦਿੰਦਾ? ਮੇਰੇ ਪਾਤਸ਼ਾਹ ਕਹਿੰਦੇ ਦੋ ਕਾਰਨ ਨੇ। ਇੱਕ ਤਾਂ ਇਹ ਕਿ 7 ਮਹੀਨੇ 19 ਦਿਨ ਕਿਲੇ ਨੂੰ ਘੇਰਾ ਪਿਆ ਰਿਹਾ, ਪਾਟੇ ਵਸਤਰ, ਟੁੱਟੀਆਂ ਜੁੱਤੀਆਂ, ਜ਼ਖਮੀ ਸਰੀਰ, ਢਿੱਡਾਂ ਤੋਂ ਭੁੱਖੇ, ਉਹਦੀਆਂ ਠੰਡੀਆਂ ਰਾਤਾਂ, ਪਰ ਇਹਨਾਂ ਨੇ ਗੁਰੂ ਦਾ ਸਾਥ ਨਹੀਂ ਛੱਡਿਆ। ਅਸੀਂ ਥੋੜੇ ਜਿਹੇ ਲਾਲਚ 'ਚ ਗੁਰੂ ਦਾ ਸਾਥ ਛੱਡ ਦਿੰਦੇ ਹਾਂ, ਥੋੜੇ ਜਿਹੇ ਸਾਥ। ਅੰਮ੍ਰਿਤ ਛਕ ਕੇ ਸ਼ਰਾਬਾਂ ਪੀਂਦੇ ਹਾਂ ਅਸੀਂ ਘਰਾਂ 'ਚ। ਜੇ ਮੈਂ ਕਹੂੰਗਾ ਇਹ ਤਾਂ ਸਾਡਾ ਦੁਸ਼ਮਣ ਹੈ ਜੀ, ਇਹ ਸ਼ਰਾਬ ਨੂੰ ਟੋਕਦਾ। ਆ ਯਾਦ ਨਹੀਂ ਤੁਹਾਡੇ ਚੇਤਾ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਦੀ ਦਾਤ ਕਿਵੇਂ ਦਿੱਤੀ ਸੀ? ਉਹ ਘਰ ਪਾਸ ਹੋਣਗੇ, ਉਹ ਘਰ ਵਸਣਗੇ, ਉਹ ਘਰ ਗੁਰੂ ਦੇ ਦਰ ਤੇ ਪ੍ਰਵਾਨ ਹੋਣਗੇ। ਸਾਧ ਸੰਗਤ ਜੀਓ, ਜਿਹੜੇ ਉਹੋ ਜਿਹੇ ਅਸੀਂ ਕਿਰਦਾਰ ਕਰਤੂਤਾਂ ਕਰਦੇ ਹਾਂ, ਸੁਣੋ ਧਿਆਨ ਨਾਲ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਇੱਕ ਤਾਂ ਕਾਰਨ ਇਹ ਹੈ ਵੀ ਢਿੱਡਾਂ ਤੋਂ ਭੁੱਖੇ ਔਰ ਪੈਰਾਂ ਤੋਂ ਨੰਗੇ, ਸ਼ਸਤਰ ਖੁੰਡੇ, ਜ਼ਖਮੀ ਸਰੀਰ, ਪਾਟੇ ਵਸਤਰ, ਤੇ ਇੱਕ ਤਾਂ ਕਾਰਨ ਇਹ ਹੈ ਵੀ ਮੇਰਾ ਹੁਣ ਤੱਕ ਇਹਨਾਂ ਨੇ ਸਾਥ ਨਹੀਂ ਛੱਡਿਆ। ਦੂਜਾ ਕਾਰਨ, ਕੱਲ ਨੂੰ ਦਿਨ ਚੜੂਗਾ
ਚਮਕੌਰ ਦੇ ਜੰਗ ਦੇ ਵਿੱਚ ਮੈਂ ਇਹਨਾਂ ਨੂੰ ਕੱਲੇ ਕੱਲੇ ਨੂੰ ਸ਼ਹੀਦ ਹੁੰਦਾ ਵੇਖੂੰਗਾ। ਅੱਖਾਂ ਦੇ ਸਾਹਮਣੇ ਕੱਲ ਨੂੰ ਮੇਰੇ ਨਾਲ ਇਹ ਵਿਛੜ ਜਾਣਗੇ। ਇਹ ਕੱਲ ਨੂੰ ਇਹਨਾਂ ਸਾਰਿਆਂ ਨੇ ਮੇਰੇ ਨਾਲੋਂ ਵਿਛੜ ਜਾਣਾ। ਜਦੋਂ ਇਹ ਸਾਧ ਸੰਗਤ ਇਉਂ ਲੱਗਦਾ ਵੀ ਆਕਾਸ਼ ਦੇ ਸਾਧ ਸੰਗਤ ਫਰਿਸ਼ਤੇ ਕੁਦਰਤ ਦੇ ਨਿਯਮ ਧਾਹਾਂ ਮਾਰ ਮਾਰ ਰੋਂਦੇ ਨੇ। ਅਗਲੀ ਗੱਲ ਜਿਹੜੀ ਸੁਣਿਓ ਧਿਆਨ ਨਾਲ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਗਏ ਨਾ, ਅੱਗੇ ਬਿਜਲੀ ਲਸ਼ਕਦੀ ਹੈ। ਦੋਨੋਂ ਪੁੱਤ ਬਾਬਾ ਅਜੀਤ ਸਿੰਘ ਨੌਜਵਾਨ ਪੁੱਤ, ਦਾੜੀ ਆਉਂਦੀ ਹੈ ਥੋੜੀ ਥੋੜੀ ਮੂੰਹ ਦੇ ਉੱਤੇ, ਬੜਾ ਸੁੰਦਰ ਚਿਹਰਾ ਮੇਰੇ ਪ੍ਰੀਤਮ ਦੇ ਵੱਡੇ ਸਾਹਿਬਜ਼ਾਦੇ। 17 ਕੁ ਸਾਲ ਦੀ ਉਮਰ ਹੈ ਲਗਭਗ, 17 ਤੋਂ ਥੋੜੇ ਜਿਹੇ ਉੱਤੇ ਨੇ ਦਿਨ। 17 ਸਾਲ ਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਉਹਦੀ 14 ਸਾਲ ਦੀ ਉਮਰ ਹੈ। ਭਾਵੇਂ ਮਾਤਾ ਜੀਤੋ ਨੇ 3 ਪੁੱਤਰਾਂ ਨੂੰ ਜਨਮ ਦਿੱਤਾ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ ਨੂੰ। ਵੱਡੇ ਅਜੀਤ ਸਿੰਘ ਨੂੰ ਮਾਤਾ ਸੁੰਦਰੀ ਨੇ ਜਨਮ ਦਿੱਤਾ ਸੀ ਪੌਂਟਾ ਸਾਹਿਬ ਦੀ ਧਰਤੀ ਤੇ। ਕਿਰਪਾ ਕਾਲ ਕੇਰੀ ਭਈ ਜੀਤ ਮੇਰੀ। ਪਰ ਇਹ ਦੋਨੇ ਵੱਡੇ ਸਾਧ ਸੰਗਤ ਭਾਵੇਂ ਮਾਵਾਂ ਵੱਖਰੀਆਂ ਵੱਖਰੀਆਂ ਤੋਂ ਜਨਮ ਲਏ ਸੀ, ਹੈ ਸਾਧ ਸੰਗਤ ਕੋਈ ਖੂਨ ਸੀ ਨਾ, ਗੁਰੂ ਗੋਬਿੰਦ ਸਿੰਘ ਦਾ ਖੂਨ ਸੀ। ਦੋਨੋਂ ਇੱਕ ਦੂਜੇ ਵੱਲ ਮੂੰਹ ਕਰਕੇ ਪਏ ਨੇ। ਅਜੀਤ ਦਾ ਮੂੰਹ ਜੁਝਾਰ ਵੱਲ ਹੈ, ਜੁਝਾਰ ਦਾ ਮੂੰਹ ਅਜੀਤ ਵੱਲ ਹੈ। ਤੇ ਸਾਧ ਸੰਗਤ ਜੀਓ ਇੱਕ ਦੂਸਰੇ ਦੇ ਨਾਲ ਹੱਥ ਜੋੜ ਕੇ ਪਏ ਨੇ, ਸ਼ਾਸਤਰ ਪਏ ਨੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹਨਾਂ ਦੇ ਗੇੜਾ ਦੇ ਕੇ ਸਿਰਾਂ ਵਾਲੇ ਪਾਸੇ ਆ ਕੇ ਬੈਠ ਗਏ ਥੱਲੇ। ਬੈਠੇ ਜਦੋਂ ਥੱਲੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦੋਨੇ ਪੁੱਤਾਂ ਦੇ ਸਿਰਾਂ ਦੇ ਉੱਤੇ ਹੱਥ ਰੱਖ ਲਿਆ। ਪੁੱਤਾਂ ਵਾਲਿਓ, ਇਹ ਐਵੇਂ ਗੱਲਾਂ ਨਹੀਂ। ਮੁਸਲਮਾਨ ਹਕੀਮ ਅੱਲਾ ਯਾਰ ਖਾਨ ਜੋਗੀ, ਉਹਨੂੰ ਸਾਧ ਸੰਗਤ ਜੀਓ 12 ਸਾਲ ਤੱਕ ਮੁਸਲਮਾਨਾਂ ਨੇ ਆਪਣੇ ਧਰਮ ਵਿੱਚੋਂ ਕੱਢਦਾ ਸੀ ਵੀ ਤੂੰ ਗੁਰੂ ਗੋਬਿੰਦ ਸਿੰਘ ਦੀ ਉਸਤਤ ਕਰਦਾ, ਤੂੰ ਗੁਰੂ ਗੋਬਿੰਦ। ਦੇਖੋ ਮੁਸਲਮਾਨਾਂ ਨੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਨੂੰ, ਉਹ ਕਹਿੰਦਾ ਮੇਰੇ ਪਰਿਵਾਰ ਨੂੰ ਕੱਢ ਦਿਓ, ਮੈਨੂੰ ਮਾਰ ਦਿਓ, ਟੁਕੜੇ ਟੁਕੜੇ ਕਰ ਦਿਓ, ਪਰ ਮੈਨੂੰ ਪਤਾ ਮੇਰੀ ਰੂਹ ਗੁਰੂ ਗੋਬਿੰਦ ਸਿੰਘ ਦੇ, ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਕੇ ਸੱਚਖੰਡ ਜਾਊਗੀ। ਮੈਂ ਨਰਕਾਂ ਨੂੰ ਨਹੀਂ ਜਾਂਦਾ, ਮੈਂ ਗੁਰੂ ਗੋਬਿੰਦ ਸਿੰਘ ਦਾ ਪੱਲਾ ਫੜਿਆ। ਅੱਜ ਅਸੀਂ ਗੁਰੂ ਗੋਬਿੰਦ ਸਿੰਘ ਦਾ ਪੱਲਾ, ਸਾਧ ਸੰਗਤ ਜੀ ਇੰਨੇ ਕੁ ਨਾਸਤਕ ਹੋ ਗਏ, ਇੰਨੇ ਕੁ ਨਾਸਤਕ ਹੋ ਗਏ। ਜਿਹੜੇ ਕਾਰਜ ਸਾਡੇ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਕਰਦੇ ਆ ਨਾ, ਉਹ ਤਾਂ ਅਸੀਂ ਭੁੱਲ ਹੀ ਗਏ ਆ। ਭੁੱਲਣਾ ਨਹੀਂ ਚਾਹੀਦਾ ਸੱਜਣੋ। ਦੋਨਾਂ ਦੇ ਸਿਰਾਂ ਤੇ ਹੱਥ ਰੱਖੇ ਤੇ ਆਕਾਸ਼ ਦੇ ਫਰਿਸ਼ਤੇ ਤੇ ਕੁਦਰਤ ਦੇ ਨਿਯਮ ਹੇਠਾਂ ਉਤਰ ਕੇ ਉੱਚੀ ਉੱਚੀ ਆਵਾਜ਼ਾਂ ਦਿੰਦੇ ਨੇ, ਕਲ ਜੋਗਣਾ ਕਲਕਾਰੀਆਂ ਮਾਰਦੀਆਂ ਨੇ। ਤੇ ਸਾਧ ਸੰਗਤ ਜੀ ਮੈਂ ਅੱਗੇ ਜਾ ਕੇ ਦੱਸਦਾ ਕਿਉਂ ਮਾਰਦੀਆਂ ਸੀ। ਹੁਣ ਆਕਾਸ਼ ਦੇ ਫਰਿਸ਼ਤੇ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਾਂ ਨੂੰ ਨਾ ਵੇਖ ਕੇ ਧਾਹਾਂ ਮਾਰ ਮਾਰ ਕੇ ਰੋਊਗਾ, ਸ਼ਾਇਦ ਰੋਊਗਾ। ਬਾਅਦ ਮੇਰੇ ਮੌਲਾ, ਮੇਰੇ ਦਾਤਾ, ਕਦੀ ਕਦੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਇੱਥੇ ਸਾਧ ਸੰਗਤ ਜੀਓ ਦੋਨਾਂ ਦੇ ਸਿਰਾਂ ਦੇ ਉੱਤੇ ਹੱਥ ਰੱਖ ਕੇ ਕਹਿੰਦੇ, ਕਲਗੀਆਂ ਵਾਲਿਆ, ਅੱਜ ਪੁੱਤਰਾਂ ਦਾ ਪਿਆਰ ਆਉਂਦਾ, ਮੋਹ ਆਉਂਦਾ, ਤੇ ਇਹਨਾਂ ਨੂੰ ਬਾਹਰ ਕੱਢ ਦੇ ਚਮਕੌਰ ਦੀ ਗੜੀ ਚੋਂ। ਸ਼ਾਇਦ ਡਰਦਾ ਹੋਵੇਗਾ ਵੀ ਪੁੱਤ ਮਾਰੇ ਜਾਣਗੇ, ਪੁੱਤਰਾਂ ਦਾ ਮੋਹ ਕਰਦਾ। ਮਹਾਰਾਜ ਕਹਿੰਦੇ ਨਹੀਂ ਨਹੀਂ। ਫਿਰ ਉੱਥੇ ਜੋਗੀ ਅੱਲਾ ਯਾਰ ਖਾਨ ਜਿਹੜੇ ਬਚਨ ਲਿਖਦਾ ਹੈ ਨਾ, ਤਾਂ ਸਾਧ ਸੰਗਤ ਜੀ ਕਮਾਲ ਕਰਤੀ ਉਹਨੇ। ਅਰਬੀ ਉਰਦੂ ਦੀ ਭਾਸ਼ਾ ਦੇ ਵਿੱਚ ਉਹਨੇ ਸਾਧ ਸੰਗਤ ਜੀ ਸ਼ੇਰ ਲਿਖੇ ਨੇ। ਉਹ ਕਹਿੰਦੇ, ਸੋਏ ਹੋਏ ਬੱਚੋਂ ਕੋ ਕਹਾ ਸਰ ਕੋ ਪਕੜ ਕਰ, ਸਰ ਕਹੀਏ ਸਿਰ ਨੂੰ, ਸੁੱਤੇ ਹੋਏ ਬੱਚਿਆਂ ਨੂੰ ਸਿਰਾਂ ਤੇ ਹੱਥ ਰੱਖ ਕੇ ਕਿਹਾ, सोए हुए बच्चों को कहा सर को पकड़ कर, चल दोगे अब अब्बा को मुसीबत में जकड़ कर। सुते हुए बच्चों के सिरां ते हथ रख के कहा, मेरे पुत्रो कल नूं अपने अब्बा कहते ने बाप नूं मुसलमान, चल दोगे अब अब्बा को मुसीबत में जकड़ कर, शायद मैनू मुसीबतां विच पा के तुसीं तुर जाओगे। कल नूं थे चार हो, जिते मैं आनंदपुर छड्डिया उदे मेरे नाल तुसीं चार सी, जदों सरसा दा जंग हो गया दो विछड़ गए। थे चार हो अब दो ही, हुण मेरे कोल दो ने अब दो ही, सहर जे भी ना होएंगे, कल नूं दिन चढ़ूगा शायद मेरे कोलों ये भी विछड़ जाण, मेरे दो पुत ये भी विछड़ जाण, सहर ये भी। थे चार हो अब दो ही, सहर जे भी ना होंगे,
ਕਹਿੰਦੇ ਫਿਰ ਬਾਜਾਂ ਵਾਲਿਆ ਦੋ ਤਾਂ ਵਿਛੜ ਗਏ ਸਰਸਾ ਨਦੀ ਤੇ ਦੋ ਇਹ ਤੜਕੇ ਨੂੰ ਵਿਛੜ ਜਾਣਗੇ ਤੇ ਤੂੰ ਤਾਂ ਫਿਰ ਤਾਹਾਂ ਮਾਰ ਮਾਰ ਰੋਵੇਂਗਾ। ਨਹੀਂ ਮੇਰੇ ਮੌਲਾ, ਮੇਰੇ ਅਕਾਲ ਪੁਰਖ ਦੇ ਰੂਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ थे चार हो अब दो ही सहर जे भी ना होंगे हम सब्र करेंगे अगर जो जे भी ना होंगे। मैं वो अकाल पुरख वाहिगुरु का शुकराना करके सब्र कर लूँगा कि गुरु गोबिंद सिंह कहूगा मैं आ सिखां दा करजा देना सी, ਇਹਦੇ ਕਰਜ਼ੇ ਦੇ ਉਤਾਰਨ ਵਾਸਤੇ ਦੋ ਪੁੱਤ ਚਮਕੌਰ ਦੀਆਂ ਨੀਹਾਂ ਵਿੱਚ, ਆਪਣਾ ਸਰਹੰਦ ਦੀਆਂ ਨੀਹਾਂ ਵਿੱਚ, ਤੇ ਦੋ ਪੁੱਤ ਚਮਕੌਰ ਦੇ ਜੰਗ ਵਿੱਚ ਵਾਰੂੰਗਾ। ਸਾਡੇ ਵਾਸਤੇ ਉਹ ਪੁੱਤ ਵਾਰਦਾ ਤੇ ਅਸੀਂ ਉਹਦੇ ਵਾਸਤੇ ਕੀ ਕਰਦੇ ਹਾਂ ਸਾਧ ਸੰਗਤ ਜੀਓ। ਜਿਹੜੀਆਂ ਸੰਘਰਸ਼ ਲਹਿਰਾਂ ਇਹ ਗੁਰੂ ਦੀ ਕਿਰਪਾ ਨਾਲ ਜਿੱਤੀਆਂ ਜਾਂਦੀਆਂ। ਜੰਗ ਜਿੱਤੇ ਇਨਹੀ ਕੀ ਕਿਰਪਾ ਤੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਚਨ ਕਰਦੇ ਨੇ, ਜਦ ਨੂੰ ਸਾਧ ਸੰਗਤ ਜੀਓ ਛੇੜਛਾੜ ਕਰ ਦਿੱਤੀ ਹੈ ਮੁਗਲਾਂ ਨੇ ਤੇ ਮਹਾਰਾਜ ਤੀਰ ਛੱਡਦੇ ਨੇ, ਬੰਦੂਕਾਂ ਚਲਾਉਂਦੇ ਨੇ, ਕਈ ਕਈ ਕਦਮਾਂ ਪਿੱਛੇ ਹਟ ਜਾਂਦੇ ਨੇ ਮੁਗਲ। ਸੈਂਕੜਿਆਂ ਦੀ ਗਿਣਤੀ ਨਾਲ ਮੁਗਲਾਂ ਦੇ 70 ਵਿਛਾਤੇ। ਅੱਜ ਦਾ ਦਿਨ ਜਿਹੜਾ ਚੜਿਆ 8 ਪੋਹ ਦਾ ਸਵੇਰੇ ਦਿਨ ਚੜਿਆ ਤੇ ਇੱਕ ਮਲੇਰਕੋਟਲੇ ਵਾਲੇ ਨਵਾਬ ਦਾ ਭਰਾ ਸੀ ਨਾਰ ਖਾਂ ਮਲੇਰੀਆ, ਬਹੁਤ ਵੱਡਾ ਉਹ ਸੂਰਮਾ ਸੀ। 10,000 ਫੌਜ ਦਾ ਕਾਫਲਾ ਲੈ ਕੇ ਨਾ ਚਮਕੌਰ ਦੀ ਗੜੀ ਦੇ ਆ ਗਿਆ ਨੇੜੇ। ਉਹ ਕਹਿੰਦਾ ਇਉਂ ਨਹੀਂ ਫੜਿਆ ਜਾਂਦਾ, ਗੁਰੂ ਗੋਬਿੰਦ ਸਿੰਘ ਨੂੰ ਮੈਂ ਜਿਉਂਦੇ ਨੂੰ ਫੜ ਲਿਆਉਣਾ। ਪੌੜੀ ਲਾਈ, ਚੜਿਆ ਉੱਪਰ, ਕਲਗੀਧਰ ਪਾਤਸ਼ਾਹ ਨੇ ਮਮਟੀ ਤੋਂ ਮਾਰਿਆ ਤੀਰ ਤੇ ਗਲ ਦੇ ਵਿੱਚ ਦੀ ਕੱਢਤਾ, ਦਾੜਦੇ ਨੇ ਪੌੜੀ ਤੋਂ ਡਿੱਗਿਆ। ਫੇਰ ਆਇਆ ਗਨੀ ਖਾਂ ਵੀ ਹਜ਼ਾਰਾਂ ਫੌਜ ਲੈ ਕੇ ਆਇਆ। ਜਦੋਂ ਉੱਪਰ ਚੜਿਆ ਗੁਰੂ ਗੋਬਿੰਦ ਸਿੰਘ ਨੂੰ ਮੈਂ ਫੜ ਲਿਆਉਂ, ਭਲਵਾਨ ਸੀਗਾ ਉਹ। ਗੁਰੂ ਸਾਹਿਬ ਨੇ ਇੱਕੋ ਹੱਥ ਨਾਲ ਲੋਹੇ ਦੀ ਗੁਰਜ ਮਾਰੀ ਸਿਰ ਦੇ ਵਿੱਚ, ਜਿਵੇਂ ਖਰਬੂਜਾ ਭੰਨੀਦਾ ਨਾ, ਤੇ ਇਉਂ ਭੰਨਤਾ ਸਿਰ। ਉਹ ਵੀ ਦੋਸਤ ਖਾਨ, ਇਸਮਾਇਲ ਖਾਨ, ਸਾਰੇ ਖਾਨ ਹੀ ਖਾਨ ਫਿਰਦੇ ਨੇ, ਵੱਡੇ ਵੱਡੇ ਮਾਰੇ। ਤੇ ਫਿਰ ਸਾਧ ਸੰਗਤ ਜੀਓ ਸਿੰਘ ਸ਼ਹੀਦ ਹੋਣ ਜਾਂਦੇ ਨੇ। ਜਦੋਂ ਗੋਲੀ ਛਿੱਕਾ ਘਟ ਗਿਆ, ਇੱਕ ਇੱਕ ਸਿੰਘ ਦੇ ਨਾਲ 5-5 ਦਾ ਜਥਾ ਜਾਂਦਾ ਹੈ, ਬਣਾ ਕੇ ਸ਼ਹਾਦਤਾਂ। ਜਦੋਂ 5 ਪਿਆਰਿਆਂ ਚੋਂ 3 ਪਿਆਰੇ ਸ਼ਹੀਦ ਹੋ ਗਏ ਤੇ ਪਿਆਰੇ 3 ਸ਼ਹੀਦ ਦੇਖ ਕੇ ਬਾਬਾ ਅਜੀਤ ਸਿੰਘ ਵੱਡਾ ਸਪੁੱਤਰ ਕਨਗੀਆਂ ਵਾਲਿਆ ਮੈਨੂੰ ਜੰਗ ਨੂੰ ਤੋਰ, ਮੇਰੇ ਭਰਾ ਚਲੇ ਗਏ। ਮਹਾਰਾਜ ਕਹਿੰਦੇ ਦੇਖ ਲੈ ਬੱਚਾ, ਅੱਗੇ ਨਾਨਕੇ ਘਰ ਨਹੀਂ ਜਾਣਾ ਵੀ ਖੰਡ ਘਿਓ ਸ਼ੱਕਰ ਘਿਓ ਖਾ ਕੇ ਮੁੜ ਆਏਗਾ। ਮਗਰ ਮੱਛ ਦੇ ਮੂੰਹ ਵਿੱਚ ਹੱਥ ਪਾਉਣਾ, ਕਾਲੇ ਫਨੀਅਰ ਨਾਗ ਦੀ ਸਿਰੀ ਤੇ ਹੱਥ ਰੱਖਣਾ, ਅੱਗੇ ਦੁਸ਼ਮਣਾਂ ਵਿੱਚ ਜਾਣਾ। ਵੇਖ ਲੈ ਤੈਨੂੰ ਕਿਵੇਂ ਵੰਡ ਲੈਣਗੇ ਇੱਕ ਇੱਕ ਬੋਟੀ ਕਰਕੇ। ਮਹਾਰਾਜ ਤੁਸੀਂ ਕਿਰਪਾ ਰੱਖਿਓ। ਆਪਣੇ ਹੱਥੀ ਦਸਮ ਪਾਤਸ਼ਾਹ ਨੇ ਕਮਰ ਕਸਾ ਤੇ ਫੇਰ ਸਾਧ ਸੰਗਤ ਜੀਓ ਆਪਣੇ ਹੱਥੀ ਕਮਰ ਕਸਾ ਕਰਕੇ ਤੀਰਾਂ ਦਾ ਪੱਥਾ ਦੇ ਕੇ ਜੁਗਤੀ ਦੇ ਕੇ ਸਤਿਗੁਰੂ ਪਾਤਸ਼ਾਹ ਥਾਪੜਾ ਦੇ ਕੇ ਪੁੱਤਰ ਨੂੰ ਤੋਰਦੇ ਨੇ। ਜਾ ਬੱਚਾ, ਤੇਰਾ ਨਾਮ ਅਜੀਤ ਹੈ ਪਰ ਜਿੱਤ ਕੇ ਆਈ। ਜਦੋਂ ਸ਼ਹੀਦ ਹੋਵੇਗਾ ਤੇਰੀ ਛਾਤੀ ਵਿੱਚ ਗੋਲੀ ਜਾਂ ਤੀਰ ਲੱਗੇ ਤੇ ਪਿੱਛੇ ਪਿੱਠ ਵਿੱਚ ਕੰਡ ਤੇ ਨਾ ਲੱਗੇ। ਲਿਆ ਘੋੜਾ, ਘੋੜੇ ਤੇ ਮਾਰੀ ਪਲਾਕੀ ਨਾਲ ਸਿੰਘ ਲੈ ਕੇ 7 ਸਿੰਘ ਲਏ ਅਜੀਤ ਸਿੰਘ ਨੇ ਨਾਲ। 7 ਸਿੰਘ ਲੈ ਕੇ ਨਿਕਲਿਆ ਬਾਹਰ। ਸਵੇਰ ਦਾ ਹੀ ਟਾਈਮ ਸੀ, ਬੜਾ ਤੇਜ਼ੀ ਦੇ ਨਾਲ ਜਾਂਦਾ ਤੇ ਅਜੀਤ ਦੀ ਤਲਵਾਰ ਜਿਵੇਂ ਪਹਾੜਾਂ ਵਿੱਚ ਬਿਜਲੀ ਕੜਕਦੀ ਇਉਂ ਕੜਕਦੀ ਹੈ। ਸਾਧ ਸੰਗਤ ਜੀਓ ਵੱਡੇ ਵੱਡੇ ਜਿਹੜੇ ਸੀ ਸਾਧ ਸੰਗਤ ਜੀਓ ਮੁਗਲ ਔਰ ਧਰਤੀ ਦੇ ਉੱਤੇ ਸਮਾ ਤੇ ਵੱਡੇ ਵੱਡੇ ਸੂਰਮੇ। ਇੱਕ ਸੂਰਮਾ ਸਾਧ ਸੰਗਤ ਜੀਓ ਉਹ ਆਇਆ, ਉਹ ਸੂਰਮੇ ਨੇ ਅਜੀਤ ਸਿੰਘ ਦੇ ਸਾਹਮਣੇ ਸਾਧ ਸੰਗਤ ਜੀਓ ਜਦੋਂ ਹੋਇਆ, ਕਹਿੰਦਾ ਤੇਰੇ ਨਾਲ ਜੰਗ ਕਰਨਾ ਚਾਹੁੰਦਾ, ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ ਆ। ਤੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਕਿਹਾ ਨਾ, ਜਦੋਂ ਲੜਦਿਆਂ ਸਤਿਗੁਰੂ ਪਾਤਸ਼ਾਹ ਦੇ ਪੁੱਤਰ ਸਾਹਿਬਜ਼ਾਦੇ ਨੇ ਪੱਬਾਂ ਦੇ ਭਾਰ ਸਾਧ ਸੰਗ ਰਕਾਬਾਂ ਵਿੱਚ ਪੈਰ ਰੱਖੇ ਤੇ ਇੰਨਾ ਜ਼ੋਰ ਨਾਲ ਉਹਦੇ ਮਾਰਿਆ ਬਰਛਾ ਛਾਤੀ ਦੇ ਵਿੱਚ। ਸੰਜੋਗ ਪਾਈ ਹੋਈ ਸੀ, ਲੋਹੇ ਦੀ ਸੰਜੋਗ ਹੁੰਦੀ ਹੈ, ਬੁਲਟ ਪ੍ਰੂਫ ਜੈਕਟ ਕਹਿੰਦੇ ਨੇ। ਖਿੱਚੀ ਪਿੱਛੇ ਖਿੱਚੀ ਤੇ ਸੋਟੀ ਟੁੱਟ ਗਈ, ਬਰਛਾ ਵਿੱਚ ਹੀ ਰਹਿ ਗਿਆ। ਤਲਵਾਰ ਖਿੱਚ ਲਈ, ਘੋੜੇ ਤੋਂ ਉਤਰ ਗਿਆ ਤੇ ਤਲਵਾਰ ਦੇ ਸਾਧ ਸੰਗਿਓ ਲੜਦਿਆਂ 3 ਟੁਕੜੇ ਹੋ ਗਏ। ਅਜੀਤ ਸਿੰਘ ਦੇ ਪਤਾ ਨਹੀਂ ਕਿੰਨੇ ਕੁ ਤੀਰ ਵੱਜੇ, ਫਿਰ ਬਸ ਬਿੰਨ ਦਿੱਤਾ ਤੀਰਾਂ ਦੇ ਨਾਲ।
ਮੈਦਾਨੇ ਜੰਗ ਵਿੱਚ ਬਾਪ ਚਮਕੌਰ ਦੀ ਗੜੀ ਦੀ ਮਾਮਟੀ ਤੇ ਖੜਾ ਦੇਖ ਰਿਹਾ ਹੈ। ਅੱਖਾਂ ਦੇ ਸਾਹਮਣੇ ਵੱਡਾ ਸਾਹਿਬਜ਼ਾਦਾ ਸ਼ਹੀਦ ਹੋ ਗਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪੁੱਤ ਸ਼ਹੀਦ ਹੋਏ ਤੇ 3 ਜੈਕਾਰੇ ਛੱਡੇ। ਪੁੱਤਾਂ ਵਾਲਿਓ ਤੁਸੀਂ ਸੁਣਿਓ ਧਿਆਨ ਨਾਲ, 3 ਜੈਕਾਰੇ ਛੱਡੇ। ਹੱਦ ਹੋ ਗਈ। ਨਾਲ ਹੀ ਬਾਬਾ ਜੁਝਾਰ ਸਿੰਘ 14 ਸਾਲ ਦੀ ਉਮਰ ਦਾ, ਉਹ ਵੀ ਸਾਧ ਸੰਗਤ ਜੀਓ ਸਤਿਗੁਰੂ ਮਹਾਰਾਜ ਤੋਂ ਆਗਿਆ ਲੈ ਕੇ ਗਿਆ। ਇਉਂ ਦੱਸਦੇ ਆ, ਕਹਿੰਦੇ ਇੰਨਾ ਚਲਾਕ ਸੀ ਗੱਤਕਾ ਖੇਡਣ ਦੇ ਵਾਸਤੇ। ਸਿੱਖੀ ਕਮਾਉਣੀ ਹੈ, ਗੁਰੂ ਨਾਲ ਧੋਖਾ ਨਹੀਂ ਕਰਨਾ ਕਦੀ ਵੀ, ਤੇ ਜ਼ਾਲਮਾਂ ਦੇ ਸਿਰ ਤੇ ਚੜ ਜਾਂਦਾ। ਸਾਧ ਸੰਗਤ ਜੀਓ ਥੋੜੇ ਜਿਹੇ ਉਹਨੇ ਮਿੰਟਾਂ ਦੇ ਹਿਸਾਬ ਨਾਲ ਜੰਗ ਲੜਿਆ ਤੇ ਉਹ ਵੀ ਅੱਖਾਂ ਦੇ ਸਾਹਮਣੇ ਸਾਧ ਸੰਗਤ ਜੀਓ ਸ਼ਹੀਦ ਹੋ ਗਿਆ। ਬਾਪ ਨੇ ਜੈਕਾਰੇ ਛੱਡੇ, ਜੈਕਾਰੇ ਛੱਡੇ। ਕੋਈ ਸ਼ਾਇਰ ਕਹਿੰਦਾ ਹੈ ਕਿ ਵਿੱਚ ਜੰਗ ਦੇ ਹੋਇਆ ਅਜੀਤ ਟੋਟੇ, ਦੂਜਾ ਚੱਲਿਆ ਹੋਣ ਜੁਝਾਰ ਮੇਰਾ। ਭੋਲੀ ਦੁਨੀਆ ਕਹਿੰਦੀ ਹੈ ਮੈਨੂੰ ਸ਼ਹਿਨਸ਼ਾਹਾ, ਪੁੱਤ ਦੇ ਕੇ ਨਾ ਲਿਆ ਉਧਾਰ ਮੇਰਾ। ਮੈਂ ਕੌਮ ਦਾ ਕਰਜ਼ਾ ਦੇਣਾ ਸੀ, ਪੁੱਤ ਵਾਰ ਕੇ ਵੀ ਨਹੀਂ ਸਾਧ ਸੰਗਤ ਜੀਓ ਉਹ ਦਿੱਤਾ ਜਾਂਦਾ ਮੇਰੇ ਕੋਲੋਂ। ਗੁਰੂ ਗੋਬਿੰਦ ਸਿੰਘ ਦੇ ਵਾਰਸ ਹੋ, ਅੱਜ ਅਸੀਂ ਕਿੱਧਰ ਨੂੰ ਚੱਲ ਪਏ ਆ। ਉਹਨੇ ਆਜ਼ਾਦੀਆਂ ਲੈ ਕੇ ਦਿੱਤੀਆਂ, ਗੁਰੂ ਗੋਬਿੰਦ ਸਿੰਘ ਨੇ ਸਾਨੂੰ ਹੱਕ ਲੈ ਕੇ ਦਿੱਤੇ, ਗੁਰੂ ਗੋਬਿੰਦ ਸਿੰਘ ਨੇ ਸਿੱਖੀ ਬਰਕਰਾਰ ਰੱਖੀ। ਤਾਂ ਸਾਧ ਸੰਗਤ ਜੀਓ ਮਹਾਰਾਜ ਕਹਿੰਦੇ ਦੋਨੇ ਪੁੱਤ ਸ਼ਹੀਦ ਹੋਏ, ਹੁਣ ਅਸੀਂ ਵੀ ਸ਼ਹੀਦ ਹੋਣਾ ਮੈਦਾਨੇ ਜੰਗ ਵਿੱਚ। ਐਦੋਂ ਵਧੀਆ ਸਮਾਂ ਨਹੀਂ ਮਿਲਣਾ। ਜਦੋਂ ਜਾਣ ਲੱਗੇ ਪਿਆਰੇ ਦਇਆ ਸਿੰਘ ਨੇ ਅੱਗੋਂ ਰਸਤਾ ਰੋਕ ਲਿਆ। ਮਾਲਕ ਆਪ ਦਇਆ ਸਿੰਘ ਰਸਤਾ ਛੱਡ ਦੇ, ਸ਼ਹੀਦ ਹੋਣਾ। ਨਹੀਂ ਮਹਾਰਾਜ ਸ਼ਹੀਦ ਨਹੀਂ ਹੋਣਾ, ਨਹੀਂ ਛੱਡ ਦਿਓ। ਕਿਉਂ ਕਾਇਰ ਬਣਾਉਨੇ ਹੋ ਮੈਨੂੰ? ਕਹਿਣਗੇ 10ਵੇਂ ਪਾਤਸ਼ਾਹ ਲੋਕਾਂ ਦੇ ਪੁੱਤ ਮਰਵਾ ਕੇ ਆਪ ਆ ਫਿਰਦਾ, ਮੈਥੋਂ ਇਹ ਚੱਲ ਨਹੀਂ ਹੋਣੇ ਬਚਨ ਲੋਕਾਂ ਦੇ, ਮਿਹਣੇ ਨਹੀਂ ਚੱਲ ਹੋਣੇ, ਸ਼ਹੀਦ ਹੋਣਾ। ਕਹਿੰਦੇ ਮਹਾਰਾਜ ਗੁਰਮਤਾ ਕਰ ਲਈਏ। ਤੁਸੀਂ ਜਦੋਂ ਪੰਜਾਂ ਨੂੰ ਅੰਮ੍ਰਿਤ ਦਿੱਤਾ ਹੈ, ਕਿਹਾ ਕਿ ਤੁਸੀਂ ਕਿਹਾ ਸੀ 5 ਸਿੱਖਣ ਮਹਿ ਮੇਰੋ ਬਾਸਾ। 5 ਸਿੱਖਾਂ ਨੇ ਪਿਆਰੇ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਮਹਿਲ ਸਿੰਘ, ਕੀਰਤੀ ਸਿੰਘ, ਇਹਨਾਂ ਨੇ ਸਾਧ ਸੰਗਤ ਜੀਓ ਇੱਕ ਗੁਰਮਤਾ ਕੀਤਾ ਕਿ ਗੁਰੂ ਗੋਬਿੰਦ ਸਿੰਘ ਨੂੰ ਚਮਕੌਰ ਦੀ ਗੜੀ ਛੱਡ ਕੇ ਜਾਣਾ ਚਾਹੀਦਾ। ਉਹ ਤਾਂ ਸਾਹਿਬਜ਼ਾਦਿਆਂ ਨੂੰ ਵੀ ਨਾਲ ਲੈ ਕੇ ਕਹਿੰਦੇ ਸੀ ਜਾਓ। ਤਾਂ ਜਦੋਂ ਮਹਾਰਾਜ ਕੋਲੇ 5 ਸਿੰਘ ਪੰਥ ਦਾ ਹੁਕਮ ਆਇਆ, 5 ਸਿੰਘ ਆਏ, ਗੁਰੂ ਨੇ ਸੀਸ ਨਵਾ ਲਿਆ ਪੰਜਾਂ ਦੇ ਅੱਗੇ, ਉਹਨੂੰ ਪੰਥ ਮੰਨਿਆ। 5 ਪਿਆਰਿਆਂ ਨੂੰ ਪੰਥ। ਸਾਧ ਸੰਗਤ ਇਹ ਪੰਥ ਹੈ, ਮੈਨੂੰ ਪੰਥ ਦਾ ਹੁਕਮ ਹੈ। ਅੱਜ ਅਸੀਂ ਕੀ ਸਮਝਦੇ ਹਾਂ ਪੰਥ ਨੂੰ? ਸਾਧ ਸੰਗਤ ਕਿਵੇਂ ਅਸੀਂ ਪੈਰਾਂ 'ਚ ਰੋਲਦੇ ਹਾਂ ਪੰਥ ਨੂੰ। ਗੁਰੂ ਪਿਆਰ ਵਾਲਿਓ ਮਹਾਰਾਜ ਨੂੰ ਜਦੋਂ ਕਿਹਾ ਕਿ ਤੁਸੀਂ ਇੱਥੋਂ ਨਿਕਲ ਜਾਵੋ, ਮੇਰਾ ਸਿਰ ਨਵਾਉਂਦੇ ਹੋ ਤੁਸੀਂ, ਤੁਹਾਡੀ ਮਰਜ਼ੀ ਹੈ। ਨਹੀਂ ਗੁਰੂ ਜੀ ਤੁਸੀਂ ਤਾਂ ਜਾਣ ਨੂੰ ਤੁਹਾਨੂੰ ਅਸੀਂ ਕਹਿੰਦੇ ਆ, ਅਸੀਂ ਸਾਰੇ ਸ਼ਹੀਦ ਹੋ ਗਏ ਨਾ, ਇੱਥੇ ਇੱਕ ਵੀ ਨਾ ਬਚਿਆ। ਗੁਰੂ ਹੋਵੇਗਾ ਗੁਰੂ ਗੋਬਿੰਦ ਸਿੰਘ, ਦੁਬਾਰੇ ਖਾਲਸਾ ਪੰਥ ਸਾਜ ਲਵੇਗਾ। ਪਰ ਜੇ ਗੁਰੂ ਸ਼ਹੀਦ ਹੋ ਗਿਆ, ਪੰਥ ਤੋਂ ਗੁਰੂ ਗੋਬਿੰਦ ਸਿੰਘ ਨਹੀਂ ਸਾਜਿਆ ਜਾਣਾ ਦੁਬਾਰੇ। ਵਾਹ ਵਾਹ ਵਾਹ। ਤੇ ਇਹ ਬਚਨ ਮੰਨ ਕੇ ਕਹਿੰਦੇ ਚੰਗਾ ਫਿਰ ਮੈਂ ਉਂਝ ਨਹੀਂ ਜਾਂਦਾ। ਰਵਿਦਾਸੀ ਸਿੰਘਾਂ ਦੇ ਪਰਿਵਾਰ ਦੇ ਵਿੱਚੋਂ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਹੁੰਦਾ ਸੀ ਭਾਈ ਰਣੀਆਂ। ਭਾਈ ਰਣੀਆਂ ਸਾਧ ਸੰਗਤ ਜੀਓ, ਔਰ ਇਹ 2 ਸਿੱਖ, ਇੱਕ ਰੰਘਰੇਟੇ ਬਾਬਾ ਜੀਵਨ ਸਿੰਘ ਰੰਘਰੇਟਾ ਗੁਰੂ का बेटा, ਇਹ ਚਮਕੌਰ ਦੇ ਜੰਗ ਵਿੱਚ ਸ਼ਹੀਦ ਹੋਇਆ। ਔਰ ਸਾਧ ਸੰਗਤ ਜੀਓ ਇਹਦਾ ਚਿਹਰਾ ਮੋਹਰਾ ਗੁਰੂ ਗੋਬਿੰਦ ਸਿੰਘ ਵਰਗਾ ਸੀ, ਸੰਗਤ ਸਿੰਘ ਦਾ। ਰਵਿਦਾਸੀ ਸਿੰਘਾਂ ਦੇ ਘਰ ਦਾ ਜਨਮ ਸੀ। ਗੁਰੂ ਗੋਬਿੰਦ ਸਿੰਘ ਨੇ ਆਪਣੀ ਦਸਤਾਰ ਕਲਗੀ ਦੇ ਕੇ ਇਹਦੀ ਦਸਤਾਰ ਆਪਣੇ ਬੰਨੀ, ਆਪਣੀ ਉਹਦੇ ਬੰਨੀ, ਕਲਗੀ ਉਹਦੇ ਸੀਸ ਤੇ ਰੱਖ ਕੇ ਪੰਥ ਦਾ ਵਾਲੀ। ਸਾਧ ਸੰਗਤ ਜੀਓ ਜੈਕਾਰੇ ਛੱਡ ਕੇ ਉਹਨਾਂ ਸਿੰਘਾਂ ਤੋਂ ਆਗਿਆ ਲੈ ਕੇ 3 ਨੂੰ ਹੁਕਮ ਕਰ ਗਿਆ, ਮੇਰੇ ਪਿੱਛੇ ਆਉਣਾ, ਤਾਰਿਆਂ ਦੀ ਛਾਂ ਦੇਖ ਕੇ, ਦਿਸ਼ਾ ਦੇਖ ਕੇ ਇਧਰ ਨੂੰ ਜਾਣਾ। ਅੱਗੇ ਹਿੰਦ ਮੇ ਪੀਰ ਰਬਦ, ਹਿੰਦ ਮੇ ਪੀਰ ਰਬਦ, ਹਿੰਦ ਦਾ ਪੀਰ ਚੱਲਿਆ, ਰੋਕ ਲੋ ਜਿਹਨੇ ਰੋਕਣਾ। 3 ਵਾਰੀ ਜ਼ੋਰ ਨਾਲ ਹੱਥਾਂ ਦੀ ਤਾੜੀ ਮਾਰੀ, ਗੁਰੂ ਚੱਲਿਆ, ਤੁਹਾਡੇ ਵਿੱਚ ਤਾਕਤ ਹੈ ਤਾਂ ਰੋਕ ਲੋ। ਤਾਂ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਅੱਜ ਦੀ ਰਾਤ ਚਮਕੌਰ ਦੀ ਗੜੀ ਛੱਡ ਕੇ ਸਾਧ ਸੰਗਤ ਜੀ ਅੱਗੇ ਬਹਿਲੋਲਪੁਰ ਦੇ ਰਸਤੇ ਪੈ ਗਏ। ਮੁਸਲਮਾਨ ਆਪੇ ਵਿੱਚ ਹੀ ਕਟੋ ਵੱਢ ਹੋ ਕੇ ਮਰ ਗਏ ਤੇ ਚਮਕੌਰ ਦਾ ਜੰਗ ਸਾਧ ਸੰਗਤ ਜੀ ਸਮਾਪਤ ਹੋਇਆ। ਔਰ ਦੇਖ ਲਓ ਵੀ ਆ ਕੇ ਇਹਨਾਂ ਨੇ ਭਾਈ ਸੰਗਤ ਸਿੰਘ ਦਾ ਸੀਸ ਵੱਢ ਕੇ ਬੜਾ ਖੁਸ਼ ਹੋਏ, ਵਜੀਦ ਖਾਨ ਦੇ ਕੋਲੇ ਲੈ ਕੇ ਗਏ ਕਿ ਸ਼ਾਇਦ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ। ਪਰ ਜਦੋਂ ਇਹ ਨਿਕਲਿਆ ਤਾਂ ਕਿਸੇ ਸਿੱਖ ਦਾ ਸੀਸ ਹੈ,
ਗੁਰੂ ਗੋਬਿੰਦ ਸਿੰਘ ਤਾਂ ਰਾਤ ਨੂੰ ਨਿਕਲ ਗਏ। 10 ਲੱਖ ਫੌਜ ਦੇ ਘੇਰੇ ਦੇ ਵਿੱਚੋਂ ਨਿਕਲਣਾ ਕੋਈ ਸੌਖੀ ਗੱਲ ਨਹੀਂ ਹੈ। ਤੇ ਜ਼ਫਰਨਾਮੇ ਦੇ ਵਿੱਚ 10 ਲੱਖ ਦਾ ਜ਼ਿਕਰ ਕਰਦੇ ਨੇ। ਔਰੰਗਜ਼ੇਬ ਨੂੰ ਜਦੋਂ ਚਿੱਠੀ ਲਿਖਦੇ ਨੇ, ਕਹਿੰਦੇ ਇੱਕ ਤੇਰਾ ਖਵਾਜਾ ਮਰਦੂਦ ਡਰਪੋਕ ਜਰਨੈਲ, ਜਦੋਂ ਮੈਂ ਤੀਰ ਉਹਨੂੰ ਸਾਧ ਸੰਗਤ ਸਾਹਮਣੇ ਬੰਨਿਆ ਨਾ ਸਿਸਤ, ਉਹ ਚਮਕੌਰ ਦੀ ਗੜੀ ਦੀ ਕੰਧ ਦੇ ਓਲੇ ਹੋ ਗਿਆ, ਨਹੀਂ ਇੱਕ ਤੀਰ ਮੈਂ ਉਹਨੂੰ ਵੀ ਬਖਸ਼ਿਸ਼ ਕਰ ਦਿੰਦਾ। ਇੱਥੇ ਸਾਧ ਸੰਗਤ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੁਰਦੇ ਨੇ ਨਾ, ਤੁਰਦੇ ਤੇ ਕਿਤੇ ਅਜੀਤ ਸਿੰਘ ਦਾ ਦਮਾਲਾ, ਕਿਤੇ ਸਾਧ ਸੰਗਤ ਪਿਆਰੇ ਮੋਹਕਮ ਸਿੰਘ ਪਏ ਨੇ, ਜੋਰਾਵਰ ਆਪਣਾ ਜੁਝਾਰ ਸਿੰਘ ਪਏ ਨੇ, ਉਹਨਾਂ ਦੀ ਛਾਤੀ ਤੇ ਪੈਰ ਟਿਕਦੇ ਨੇ। ਗੁਰੂ ਗੋਬਿੰਦ ਸਿੰਘ ਨੇ ਪੈਰਾਂ 'ਚ ਜੁੱਤੀ ਉਤਾਰ ਕੇ ਨੰਗੇ ਚਰਨ ਹੋਏ ਮਾਛੀਵਾੜੇ ਦੇ ਜੰਗਲ ਨੂੰ ਨੰਗੇ ਚਰਨ ਜਾਣਗੇ। ਸ਼ਹੀਦਾਂ ਦੇ ਖੂਨ ਤੇ ਸ਼ਹੀਦਾਂ ਦੇ ਕੇਸਾਂ ਤੇ ਮੇਰੀ ਜੁੱਤੀ ਨਾ ਟਿਕ ਜੇ। ਅੱਜ ਸਾਡੇ ਕੇਸ ਕਿਵੇਂ ਰੂੜੀਆਂ ਤੇ ਰੁਲਦੇ ਨੇ, ਅੱਜ ਸਾਡੇ ਕੇਸ ਕਿਵੇਂ ਗੰਦੀਆਂ ਨਾਲੀਆਂ 'ਚ ਰੁਲਦੇ ਨੇ। ਸਾਧ ਸੰਗਤ ਜੀਓ, ਅਸੀਂ ਗੁਰੂ ਗੋਬਿੰਦ ਸਿੰਘ ਦਾ ਦੇਣ ਦਿੰਦੇ ਆ, ਆਪਣੇ ਆਪ ਨੂੰ ਸਮਝਦੇ ਅਸੀਂ ਸਿੱਖ ਹਾਂ, ਅਸੀਂ ਤਾਂ ਬਹੁਤ ਵੱਡੇ ਪੰਥ ਤੈਸ਼ੀ ਆ। ਇਸ ਕਰਕੇ ਭਾਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹ ਚਮਕੌਰ ਦੀ ਗੜੀ ਦੇ ਵਿੱਚੋਂ ਬਾਹਰ ਨਿਕਲ ਗਏ। ਅੱਜ ਦੇ ਦਿਨ ਸ਼ਹਾਦਤ ਹੋਈ। ਤੇ ਸਾਧ ਸੰਗਤ ਜੀਓ, ਅੱਲਾ ਯਾਰ ਖਾਨ ਜੋਗੀ ਲਿਖਦਾ, ਉਹ ਕਹਿੰਦਾ, ਓਏ ਦੁਨੀਆ ਦੇ ਲੋਕੋ, ਮੈਂ ਤੀਰਥਾਂ ਦੀ ਯਾਤਰਾ ਦੇਖੀ ਫਿਰ ਕੇ, ਮੈਂ ਇੱਕੋ ਹੀ ਤੀਰਥ ਦੇਖਿਆ ਹਿੰਦੁਸਤਾਨ ਦੇ ਵਿੱਚ, ਇੱਕੋ ਹੀ ਤੀਰਥ ਯਾਤਰਾ ਕਰਨ ਲਈ ਇੱਕੋ ਤੀਰਥ ਦੇਖਿਆ। ਕਿਹੜਾ? बस एक ही हिंद में तीर्थ है, यात्रा के लिए कटाए बेटे बाप ने, जहां खुदा के लिए चमक है मेहर की चमकौर तेरे जर्रों में, जहीं बन के सितारे गए आसमां के लिए, आ तारे ते चंद ता छुप जाणगे। ਜਿਹੜੇ ਚਮਕੌਰ ਦੀ ਧਰਤੀ ਦੇ ਕਣਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਨਜ਼ਰ ਪਈ ਹੈ, ਉਹ ਧਰਤੀ ਦੇ ਤਾਰੇ ਸਦੀਵ ਕਾਲ ਉਹ ਕਣ ਚਮਕਦੇ ਰਹਿਣਗੇ। ਸਾਧ ਸੰਗਤ ਜੀਓ, ਅੱਜ ਵੱਡੇ ਸਾਹਿਬਜ਼ਾਦਿਆਂ ਦਾ ਜੋੜ ਮੇਲਾ ਹੈ। ਅੱਜ ਸਰਹੰਦ ਦਾ ਵੀ ਬਹਿ ਭਾਵੇਂ ਸ਼ੁਰੂ ਹੈ, ਪਰ ਛੋਟੇ ਸਾਹਿਬਜ਼ਾਦਿਆਂ ਦਾ ਮੈਨੂੰ ਜੇ ਸਾਧ ਸੰਗਤ ਜੋ ਸਮਾਂ ਮਿਲਿਆ ਅੱਗੇ ਆਪਾਂ ਉਹਨਾਂ ਦੀਆਂ ਵੀ ਵਿਚਾਰਾਂ ਕਰਾਂਗੇ। ਸੋ ਇਹਨਾਂ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਆਪਾਂ ਚਾਰੇ ਸਾਹਿਬਜ਼ਾਦੇ, ਮਾਂ ਗੁਜਰੀ, ਚਮਕੌਰ ਦੀ ਗੜੀ ਦੇ ਸ਼ਹੀਦਾਂ ਦੇ ਲਈ, ਔਰ ਆਪਾਂ ਸਾਧ ਸੰਗਤ ਜੀਓ ਜੋ ਹਰ ਸਾਲ ਹਰੀਗੜ੍ਹ ਅੱਡੇ ਦੇ ਉੱਤੇ ਲੰਗਰ ਵੀ ਚੱਲਦੇ ਆ, ਅਖੰਡ ਪਾਠ ਸਾਹਿਬ ਵੀ ਹੁੰਦਾ ਹੈ, ਤੇ ਉਹ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸੇਵਾਵਾਂ ਹੁੰਦੀਆਂ ਸੰਗਤਾਂ ਦੀਆਂ, ਉਹਦੇ ਲਈ ਦੁੱਧ ਇਕੱਠਾ ਕਰਦੇ ਆ ਸੇਵਾਦਾਰ, ਛੋਟੇ ਛੋਟੇ ਬੱਚੇ ਵਿਚਾਰੇ ਗਰੀਬ ਵਿਹੜਿਆਂ ਦੇ ਵਿੱਚੋਂ ਜਾ ਕੇ, ਪਿੰਡ ਵਿੱਚੋਂ ਜਾ ਕੇ, ਔਰ ਆਪਣਾ ਸਮਾਂ ਕੱਢ ਕੇ ਸੇਵਾ ਕਰਦੇ ਆ। ਜ਼ਰੂਰ ਉਹਨਾਂ ਦੀ ਸਾਹਿਬਜ਼ਾਦੇ ਸੇਵਾ ਨਹੀਂ ਰੱਖਦੇ, ਉਹਨਾਂ ਦੀ ਸੇਵਾ ਨੂੰ ਜ਼ਰੂਰ ਬਰਕਰਾਰ ਭਾਗ ਲਾਉਣਗੇ, ਗੁਰੂ ਕਿਰਪਾ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਮੂਹ ਗੁਰੂ ਕੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਆਓ ਸਾਰੀਆਂ ਸੰਗਤਾਂ ਦਾ ਜਿੱਥੇ ਧੰਨਵਾਦ ਤੇ ਨਾਲ ਨਾਲ ਸੇਵਾਵਾਂ ਕਰਕੇ, ਕਿਸੇ ਨੇ ਭਾਈ ਕੋਈ ਰਸਤਾਂ ਦੇਣੀਆਂ, ਮਾਇਆ ਦੇਣੀ, ਸਾਹਿਬਜ਼ਾਦਿਆਂ ਦੇ ਸੇਵਾਵਾਂ ਕਰਨੀਆਂ, ਔਰ ਆਪਣੇ ਜੀਵਨ ਨੂੰ ਸਫਲਾ ਕਰਨਾ। ਗੁਰੂ ਰਹਿਮਤ ਕਰੇ, ਗੁਰੂ ਕਿਰਪਾ ਕਰੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਉਹਨਾਂ ਸ਼ਹੀਦਾਂ ਨੂੰ ਕੋਟਾਨ ਕੋਟ ਰੋਮ ਰੋਮ ਕਰਕੇ ਪ੍ਰਣਾਮ ਹੈ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਦੇ ਸਾਰੇ ਹੀ ਜਿਹੜੇ ਸ਼ਹੀਦ ਸੀ, ਉਹਨਾਂ ਨੂੰ ਸਾਧ ਸੰਗਤ ਜੀਓ ਸਦਾ ਸਦਾ ਰੋਮ ਰੋਮ ਕਰਕੇ ਨਮਸਕਾਰਾਂ ਨੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਰੀ ਸੰਗਤ ਹੁਣ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ, ਫਿਰ ਅਰਦਾਸ ਬੇਨਤੀ ਵਿੱਚ ਅੱਜ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੁੜ ਕੇ ਸਤਿਗੁਰੂ ਮਹਾਰਾਜ ਦੇ ਪਾਵਨ ਚਰਨਾਂ 'ਚੋਂ ਖੁਸ਼ੀਆਂ ਲੈਣੀਆਂ ਕਿ ਮਹਾਰਾਜ ਸਾਡੇ ਘਰ ਵਿੱਚ ਵੀ ਸਿੱਖੀ, ਅੰਮ੍ਰਿਤ ਦੀ ਦਾਤ, ਨਿਤਨੇਮ ਬਾਣੀ, ਅਸੀਂ ਤੇਰੇ ਚਰਨਾਂ ਨਾਲ, ਤੇਰੇ ਦਰ ਨਾਲ ਜੁੜੇ ਰਹੀਏ ਤਾਂ ਕਿ ਸਾਡਾ ਜੀਵਨ ਵੀ ਸਫਲਾ ਹੋ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ